ਨੂੰ ਦੱਸ ਕੇ ਪ੍ਰਭੂ ਪਰਮੇਸ਼ਵਰ ਦੀ ਆਗਿਆ ਹੈ ਕਿ ਉਹ ਹਰ ਦਿਸ਼ਾ ਤੋਂ ਆ ਕੇ ਇਹਨਾਂ ਮਰੇ ਸਰੀਰਾਂ ਅੰਦਰ ਸਾਹ ਫੂਕੇ ਅਤੇ ਇਹਨਾਂ ਨੂੰ ਦੁਬਾਰਾ ਜਿਉਂਦਿਆਂ ਕਰੇ। ਸੋ ਮੈਂ ਪ੍ਰਭੂ ਦੇ ਦੱਸੇ ਅਨੁਸਾਰ ਗੰਮੀ ਵਾਕ ਕੀਤਾ, ਇਸ ਲਈ ਉਹਨਾਂ ਸਰੀਰਾਂ ਵਿੱਚ ਸਾਹ ਆ ਗਿਆ ਅਤੇ ਉਹ ਜਿਉਂਦੇ ਹੋ ਕੇ ਉੱਠ ਖੜੇ ਹੋਏ। ਉਹਨਾਂ ਦੀ ਗਿਣਤੀ ਇੱਕ ਸੈਨਾ ਬਣਾਉਣ ਲਈ ਕਾਫੀ ਸੀ। ਥੈਂਕ ਯੂ ਸਿਸਟਰ ਜੀ। ਪ੍ਰਭੂ ਦੇ ਇਸ ਵਚਨ ਦੇ ਵਿੱਚ ਅਸੀਂ ਜਿਸਲੇ ਆਉਂਦੇ ਹਾਂ ਤੇ ਮੇਰੇ ਨਾਲ ਹੁਣ ਅਫਸੀਆਂ ਦੀ ਪੋਥੀ ਦੇ ਵਿੱਚ ਆ ਜਾਓ। ਅਫਸੀਆਂ ਦੀ ਪੋਥੀ ਦੇ ਵਿੱਚ ਅਸੀਂ ਜਿਸਲੇ ਦੂਸਰਾ ਭਾਗ ਸ਼ੁਰੂ ਕੀਤਾ ਸੀ ਤਾਂ ਉਸ ਦੇ ਵਿੱਚ ਸਾਨੂੰ ਇੱਕ ਚੀਜ਼ ਦੱਸੀ ਗਈ ਸੀ ਕਿ ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੋ। 349 ਪੇਜ ਅਫਸੀਆਂ ਦਾ ਦੂਸਰਾ ਭਾਗ ਦੀਆਂ ਮੈਂ ਪਹਿਲੀਆਂ ਕੁਛ ਆਇਤਾਂ ਪੜ੍ਹਦਾ ਪਿਆ। ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ। ਉਸ ਸਮੇਂ ਤੁਸੀਂ ਸੰਸਾਰ ਦੇ ਭੈੜੇ ਰਸਤਿਆਂ ਤੇ ਚੱਲਦੇ ਸੋ ਅਤੇ ਉਸ ਆਤਮਾ ਦੇ ਅਧੀਨ ਸੋ ਜੋ ਆਕਾਸ਼ੀ ਸ਼ਕਤੀਆਂ ਦੀ ਅਧਿਕਾਰੀ, ਅਤੇ ਇਹੀ ਆਤਮਾ ਇਸ ਵੇਲੇ ਉਹਨਾਂ ਲੋਕਾਂ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਵਰ ਦੀ ਆਗਿਆ ਨਹੀਂ ਮੰਨਦੇ ਸੀ। ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਸਾਂ। ਅਸੀਂ ਆਪਣੀਆਂ ਸਰੀਰਕ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਸਾਂ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਅਨੁਸਾਰ ਚੱਲਦੇ ਸਾਂ। ਇਸ ਤਰ੍ਹਾਂ ਅਸੀਂ ਦੂਜੀਆਂ ਵੀ ਦੀ ਤਰ੍ਹਾਂ ਪਰਮੇਸ਼ਵਰ ਦੀ ਦਇਵੀ ਸਜ਼ਾ ਦੇ ਭਾਗੀ ਸਾਂ। ਪਰ ਪਰਮੇਸ਼ਵਰ ਦੀ ਦਇਆ ਕਿੰਨੀ ਵੱਡੀ ਹੈ, ਉਸਦਾ ਪਿਆਰ ਕਿੰਨਾ ਮਹਾਨ ਹੈ, ਅਤੇ ਅਸੀਂ ਤਾਂ ਆਪਣੇ ਅਪਰਾਧਾਂ ਵਿੱਚ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਮਸੀਹ ਦੀ ਸੰਗਤ ਦੇ ਵਿੱਚ ਫਿਰ ਜਿੰਦਾ ਕਰ ਦਿੱਤਾ ਹੈ। ਪਰਮੇਸ਼ਵਰ ਦੀ ਕਿਰਪਾ ਦੇ ਸਦਕੇ ਤੁਸੀਂ ਬਚਾਏ ਗਏ ਹੋ। ਮਸੀਹ ਯਸੂ ਦੀ ਸੰਗਤ ਦੇ ਕਾਰਨ ਹੀ ਪਰਮੇਸ਼ਵਰ ਨੇ ਸਾਨੂੰ ਉਸ ਦੇ ਨਾਲ ਜ਼ਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਪ੍ਰਭੂ ਦਾ ਮਹਾਨ ਕੰਮ ਕਿ ਉਸਨੇ ਸੜੀਆਂ ਹੋਈਆਂ ਹੱਡੀਆਂ ਦੇ ਵਿੱਚ ਜਾਨ ਪਾਈ। ਉਸਨੇ ਇੱਕ ਵਾਰੀ ਫਿਰ ਸਾਨੂੰ ਉਠਾਲ ਕੇ ਖੜਾ ਕੀਤਾ ਔਰ ਉਸਨੇ ਸਾਹ ਫੂਕ ਕੇ ਸਾਡੇ ਅੰਦਰ ਆਪਣਾ ਆਤਮਾ ਫੂਕਿਆ ਔਰ ਸਾਨੂੰ ਇੱਕ ਵਾਰ ਫਿਰ ਉਸ ਪਵਿੱਤਰ ਸਾਡੀ ਆਤਮਾ ਨੂੰ ਜਿਉਂਦੇ ਕੀਤਾ ਔਰ ਇੱਕ ਵਾਰ ਫਿਰ ਉਸਨੇ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ। ਪ੍ਰਭੂ ਦੇ ਵਚਨ ਦੇ ਵਿੱਚ ਕੱਲ ਅਸੀਂ ਦੋ ਚੀਜ਼ਾਂ ਦੇਖਦੇ ਪਏ ਸੀ। ਇੱਕ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਇਹ ਦੇਖਦੇ ਸੀ ਕਿ ਪ੍ਰਭੂ ਨੇ ਸਾਨੂੰ ਆਪਣੇ ਅੰਗ ਬਣਾਇਆ, ਔਰ ਦੂਸਰਾ ਅਸੀਂ ਦੇਖਦੇ ਪਏ ਸੀ ਕਿ ਇੱਥੇ ਪ੍ਰਭੂ ਨੇ ਸਾਨੂੰ ਇਮਾਰਤ ਬਣਾਇਆ, ਆਪਣਾ ਮੰਦਰ ਬਣਾਇਆ, ਔਰ ਉਸ ਮੰਦਰ ਦੇ ਵਿੱਚ ਉਸਨੇ ਆਪਣੇ ਰਹਿਣ ਦੇ ਲਈ ਜਗ੍ਹਾ ਬਣਾਈ। ਔਰ ਪ੍ਰਭੂ ਦਾ ਸ਼ੁਕਰ ਹੈ ਕਿ ਇਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਕੀਤੀਆਂ। ਅਸੀਂ ਆਪਣਾ ਜਿਹੜਾ ਧਿਆਨ ਆ ਇਹਨਾਂ ਦੋਹਾਂ ਚੀਜ਼ਾਂ ਦੇ ਉੱਤੇ ਹੁਣ ਰੱਖਾਂਗੇ ਔਰ ਇਸ ਦੇ ਨਾਲ ਅਸੀਂ ਪ੍ਰਭੂ ਦਾ ਜਿਹੜਾ ਪਿਆਰ ਆ, ਕਿਉਂਕਿ ਸਾਰੀਆਂ ਚੀਜ਼ਾਂ ਉਸਨੇ ਆਪਣੇ ਪਿਆਰ ਦੇ ਕਰਕੇ ਕੀਤੀਆਂ, ਅੱਜ ਸਾਨੂੰ ਉਸ ਪਿਆਰ ਦੀ ਡੈਫੀਨੇਸ਼ਨ ਪ੍ਰਭੂ ਦੇ ਵਚਨ ਦੇ ਵਿੱਚੋਂ ਦਿਖਾਈ ਦੇਗੀ। ਸੋ ਜਿਸ ਨੂੰ ਮਿਲ ਜਾਏ, ਅਸੀਂ ਤੀਸਰੇ ਚੈਪਟਰ ਦੇ ਵਿੱਚ ਆ ਚੁੱਕੇ ਹਾਂ ਔਰ ਇਸ ਦੀ 1 ਆਇਤ ਤੋਂ ਲੈ ਕੇ 13 ਆਇਤ ਤੱਕ ਪਹਿਲਾਂ ਅਸੀਂ ਦੇਖਾਂਗੇ। ਜਿਸ ਨੂੰ ਮਿਲ ਜਾਏ ਉਹ ਇਸ ਨੂੰ ਪੜ੍ਹਦਾ ਹੈ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਗੋ ਅਹੈਡ ਮੇਰਾ ਵੀਰ। ਸਾਰਿਆਂ ਨੂੰ ਜੈ ਮਸੀਹ ਦੀ। 350 ਪੰਨਾ ਅਫਸੀਆਂ ਦਾ। ਪਰਾਈਆਂ ਕੌਮਾਂ ਦੇ ਲਈ ਪੌਲੂਸ ਦੀ ਸੇਵਾ। ਮੈਂ ਪੌਲੂਸ ਤੁਸਾਂ ਪਰਾਈਆਂ ਕੌਮਾਂ ਦੇ ਲਈ ਮਸੀਹ ਯੀਸ਼ੂ ਦਾ ਕੈਦੀ ਹਾਂ। ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਹ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਹੀ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਲਈ ਸੌਂਪੀ ਹੈ। ਪਰਮੇਸ਼ਰ ਨੇ ਆਪਣਾ ਗੁਪਤ ਭੇਦ ਮੇਰੇ ਤੇ ਪ੍ਰਗਟ ਕੀਤਾ ਹੈ। ਇਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਲਿਖ ਚੁੱਕਾ ਹਾਂ, ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਦ ਦੇ ਬਾਰੇ ਮੇਰੇ ਵਿਚਾਰ ਜਾਣ ਜਾਓਗੇ। ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਤੇ ਇਹ ਭੇਦ ਪ੍ਰਗਟ ਨਹੀਂ ਕੀਤਾ ਗਿਆ ਸੀ, ਪਰ ਪਰਮੇਸ਼ਰ ਨੇ ਆਪਣੀ ਆਤਮਾ ਦੁਆਰਾ ਇਸ ਯੁੱਗ ਵਿੱਚ ਹੀ ਭੇਦ ਆਪਣੇ ਪਵਿੱਤਰ ਸੰਦੇਸ਼ ਵਾਹਕਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ। ਉਹ ਭੇਦ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਵੀ ਯਹੂਦੀ ਲੋਕਾਂ ਦੇ ਨਾਲ ਪਰਮੇਸ਼ਰ ਦੀ ਪ੍ਰਤਿੱਗਿਆ ਕੀਤੀ ਅਸੀਸ ਦੇ ਭਾਗੀ ਹਨ, ਅਤੇ ਉਹਨਾਂ ਦੇ ਨਾਲ ਇੱਕ ਹੀ ਸਰੀਰ ਦੇ ਅੰਗ ਵੀ ਹਨ। ਪਰਮੇਸ਼ਰ ਨੇ ਆਪਣੀ ਕਿਰਪਾ ਦੇ ਮੁਫਤ ਦਾਨ ਅਤੇ ਆਪਣੀ ਹਰ ਸਮੇਂ ਕੰਮ ਕਰ ਰਹੀ ਸ਼ਕਤੀ ਦੇ ਦੁਆਰਾ ਮੈਨੂੰ ਸ਼ੁਭ ਸਮਾਚਾਰ ਦਾ ਸੇਵਾਦਾਰ ਬਣਾਇਆ ਹੈ। ਮੈਂ ਪਰਮੇਸ਼ਰ ਦੇ ਸਭ ਲੋਕਾਂ ਨਾਲੋਂ ਘਟੀਆ ਹਾਂ, ਪਰ ਫਿਰ ਵੀ ਪਰਮੇਸ਼ਰ ਨੇ ਮੈਨੂੰ ਆਪਣੀ ਕਿਰਪਾ ਦੇ ਕਾਰਨ ਇਸ ਯੋਗ ਸਮਝਿਆ ਹੈ ਕਿ ਮੈਂ ਆਪਣੀ ਮਸੀਹ
ਦੀਆਂ ਬੇਅੰਤ ਅਸੀਸਾਂ ਦਾ ਸ਼ੁਭ ਸਮਾਚਾਰ ਪਰਾਈਆਂ ਕੌਮਾਂ ਨੂੰ ਸੁਣਾਵਾਂ ਅਤੇ ਪਰਮੇਸ਼ਰ ਦੇ ਗੁਪਤ ਭੇਤ ਦਾ ਰਹੱਸ ਸਭ ਮਨੁੱਖ ਜਾਤੀ ਸਾਹਮਣੇ ਖੋਲਾਂ। ਪਰਮੇਸ਼ਰ ਜੋ ਸਭ ਚੀਜ਼ਾਂ ਦਾ ਰਚਨਹਾਰਾ ਹੈ, ਉਸ ਨੇ ਇਹ ਭੇਤ ਪਹਿਲੇ ਸਭ ਯੁੱਗਾਂ ਵਿੱਚ ਆਪਣੇ ਤੱਕ ਰੱਖਿਆ, ਤਾਂ ਜੋ ਇਸ ਯੁੱਗ ਵਿੱਚ ਵਿਸ਼ਵਾਸ ਸੰਗਤ ਦੇ ਦੁਆਰਾ ਉਹ ਆਪਣੇ ਕਈ ਪੱਖੇ ਗਿਆਨ ਨੂੰ ਦੈਵੀ ਅਧਿਕਾਰੀਆਂ ਅਤੇ ਤਾਕਤਾਂ ਤੇ ਪ੍ਰਗਟ ਕਰੇ। ਇਹ ਸਭ ਪਰਮੇਸ਼ਰ ਨੇ ਉਸੇ ਅਟਲ ਉਦੇਸ਼ ਦੀ ਪੂਰਤੀ ਲਈ ਹੋਇਆ ਜੋ ਉਸਨੇ ਮਸੀਹ ਯਿਸੂ ਸਾਡੇ ਪ੍ਰਭੂ ਦੁਆਰਾ ਕੀਤਾ। ਮਸੀਹ ਦੀ ਸੰਗਤ ਰਾਹੀਂ ਅਤੇ ਉਸ ਉਤਲੇ ਆਪਣੇ ਵਿਸ਼ਵਾਸ ਰਾਹੀਂ ਹੁਣ ਅਸੀਂ ਨਿਡਰ ਹੋ ਕੇ ਪੂਰਨ ਭਰੋਸੇ ਨਾਲ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਤੋਂ ਦੁਖੀ ਨਾ ਹੋਵੋ ਕਿ ਮੈਂ ਤੁਹਾਡੇ ਲਈ ਦੁੱਖ ਸਹਿ ਰਿਹਾ ਹਾਂ। ਇਹ ਤਾਂ ਤੁਹਾਡਾ ਮਾਣ ਹੈ। ਸਾਰਿਆਂ ਨੂੰ ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਥੈਂਕ ਯੂ ਬ੍ਰਦਰ ਜੀ। ਪ੍ਰਭੂ ਯਿਸੂ ਮਸੀਹ ਨੇ ਜਦ ਪੌਲਸ ਨੂੰ ਵੱਖਰਾ ਕੀਤਾ ਸੀ ਤਾਂ ਅਸੀਂ ਚੇਲਿਆਂ ਦੇ ਕਰਤੱਵ ਦੇ 9ਵੇਂ ਭਾਵ ਦੇ ਵਿੱਚ ਕਈ ਵਾਰੀ ਪੜ੍ਹ ਚੁੱਕੇ ਹਾਂ। ਹੁਣ ਤਾਂ ਸਾਨੂੰ ਬੇਸਿਕਲੀ ਚੇਤਾ ਹੋ ਜਾਣਾ ਚਾਹੀਦਾ ਕਿ ਉੱਥੇ ਪ੍ਰਭੂ ਨੇ ਉਹ ਐਕਚੁਅਲੀ ਜਾ ਰਿਹਾ ਸੀ ਦਮਿਸ਼ਕ ਦੀ ਚਰਚ ਨੂੰ, ਔਰ ਉੱਥੇ ਜਿਹੜੇ ਪ੍ਰਭੂ ਦੇ ਵਿੱਚ ਲੋਕ ਸੀ ਉਹਨਾਂ ਨੂੰ ਫੜ ਕੇ ਜਰੂਸਲਮ ਲੈ ਕੇ ਆਏ। ਰਸਤੇ ਵਿੱਚ ਪ੍ਰਭੂ ਨੇ ਉਸ ਨੂੰ ਦਰਸ਼ਨ ਦਿੱਤੇ ਔਰ ਉਹ ਅੰਨਾ ਹੋ ਗਿਆ। ਔਰ ਫਿਰ ਪ੍ਰਭੂ ਨੇ ਉਸ ਨੂੰ ਆਪਣੇ ਜਿਸ ਲਈ ਉਸ ਨੂੰ ਦਮਿਸ਼ਕ ਦੇ ਵਿੱਚ ਲੈ ਜਾਇਆ ਗਿਆ ਤੇ ਪ੍ਰਭੂ ਨੇ ਉੱਥੋਂ ਹਨਨਿਆ ਨਾਂ ਦਾ ਇੱਕ ਆਪਣਾ ਬੰਦਾ ਘੱਲਿਆ ਔਰ ਕਿਹਾ ਕਿ ਜਾ ਕੇ ਉਸ ਦੇ ਲਈ ਦੁਆ ਕਰ, ਉਹ ਤੇਰਾ ਇੰਤਜ਼ਾਰ ਕਰਦਾ ਪਿਆ। ਔਰ ਜਿਸ ਲਈ ਹਨਨਿਆ ਉੱਥੇ ਗਿਆ ਤੇ ਹਨਨਿਆ ਨੇ ਇੱਕੋ ਚੀਜ਼ ਪਹਿਲਾਂ ਪ੍ਰਭੂ ਨੂੰ ਕਹੀ, ਪ੍ਰਭੂ ਜੀ ਇਹ ਬੰਦਾ ਤਾਂ ਸਾਨੂੰ ਫੜਨ ਆਇਆ, ਅਸੀਂ ਇਹਦੇ ਬਾਰੇ ਬਹੁਤ ਕੁਝ ਸੁਣ ਚੁੱਕੇ ਹਾਂ। ਤੇ ਪ੍ਰਭੂ ਨੇ ਕਿਹਾ ਸੀ, ਇਹ ਮੇਰਾ ਚੁਣਿਆ ਹੋਇਆ ਵਸੀਲਾ, ਇਹ ਮੇਰਾ ਚੁਣਿਆ ਹੋਇਆ ਹਥਿਆਰ ਆ। ਜਿਹੜਾ ਅਸਲੀ ਸ਼ਬਦ ਆ, ਇਹ ਮੇਰਾ ਚੁਣਿਆ ਹੋਇਆ ਹਥਿਆਰ ਆ ਜਿਹੜਾ ਦੂਜੀਆਂ ਕੌਮਾਂ ਦੇ ਵਿੱਚ ਮੇਰੇ ਸ਼ੁਭ ਸਮਾਚਾਰ ਨੂੰ ਲੈ ਕੇ ਜਾਊਗਾ ਔਰ ਇਸ ਨੂੰ ਪਤਾ ਲੱਗੇਗਾ ਕਿ ਮੇਰੇ ਕਾਰਨ ਇਸ ਨੂੰ ਕਿੰਨੇ ਦੁੱਖ ਸਹਿਣੇ ਆ। ਸੋ ਇਸ ਕਰਕੇ ਪ੍ਰਭੂ ਦਾ ਬੰਦਾ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰ ਰਿਹਾ ਇਸ ਸਾਰੀ ਚੀਜ਼ ਦੇ ਵਿੱਚ ਕਿ ਪ੍ਰਭੂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇਹ ਸ਼ੁਭ ਸਮਾਚਾਰ ਤੁਹਾਨੂੰ ਸੁਣਾ ਸਕਾਂ। ਪ੍ਰਭੂ ਨੇ ਮੈਨੂੰ ਇਸ ਦੇ ਲਈ ਚੁਣਿਆ ਔਰ ਇਸ ਦੇ ਲਈ ਜਿਹੜਾ ਮੈਂ ਦੁੱਖ ਵੀ ਉਠਾ ਰਿਹਾ ਇਹ ਵੀ ਮੇਰੇ ਲਈ ਮਾਣ ਦਾ ਕਾਰਨ। ਸੋ ਇਹ ਤਾਂ ਸੰਤ ਪੌਲ ਦੀਆਂ ਜਿਹੜੀਆਂ ਆਪਣੀਆਂ ਪਰਸਨਲ ਚੀਜ਼ਾਂ ਸੀ, ਇਹ ਤਾਂ ਉਹ ਸੀ। ਲੇਕਿਨ ਹੁਣ ਜਿਹੜਾ ਸਵਾਲ ਵੱਡਾ ਪੈਦਾ ਹੁੰਦਾ ਕਿ ਦੂਜੀਆਂ ਕੌਮਾਂ ਨੇ ਇਹ ਐਡਾ ਵੱਡੀ ਬਰਕਤ ਕਿੱਦਾਂ ਲੈ ਲਈ। ਅਸੀਂ ਉਹ ਦੇਖਦੇ ਪਏ ਹਾਂ, ਉਹ ਛੋਟੀਆਂ ਚੀਜ਼ਾਂ ਅਸੀਂ ਦੇਖਦੇ ਪਏ ਹਾਂ ਜਿਹੜੀਆਂ ਕਿ ਅਸੀਂ ਪੜ੍ਹਦੇ ਹੋਏ ਵੀ ਅਸੀਂ ਉਹਨਾਂ ਦਾ ਗਾਂਹ ਜਾ ਕੇ ਕੀ ਅਸਰ ਹੁੰਦਾ ਪਿਆ ਉਹ ਨਹੀਂ ਦੇਖਦੇ ਪਏ। ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਮੂਸਾ ਨੇ ਕਿਹਾ ਸੀ ਕਿ ਸਾਨੂੰ ਆਪਣਾ ਵਿਰਸਾ ਬਣਾ ਲਾ। ਪ੍ਰਭੂ ਨੇ ਉਸ ਵੇਲੇ ਤਾਂ ਉਹਨਾਂ ਦੀ ਦੁਆ ਨਹੀਂ ਸੁਣੀ, ਉਸ ਵੇਲੇ ਤਾਂ ਸਿਰਫ ਉਹ ਪ੍ਰਭੂ ਦੇ ਲੋਕ ਕਹਾਉਂਦੇ ਸੀ, ਅਬਰਾਹਮ ਦੀ ਸੰਤਾਨ ਕਹਾਉਂਦੇ ਸੀ ਔਰ ਇਜ਼ਰਾਈਲ ਕੌਮ ਕਹਾਉਂਦੇ ਸੀ। ਲੇਕਿਨ ਅੱਗੇ ਜਾ ਕੇ ਮਸੀਹ ਦੇ ਵਿੱਚ ਉਸਨੇ ਉਹਨਾਂ ਨੂੰ ਆਪਣਾ ਵਿਰਸਾ ਬਣਾਇਆ, ਆਪਣੀ ਸੰਤਾਨ ਬਣਾਇਆ ਔਰ ਉਸ ਦੇ ਨਾਲ ਸਾਨੂੰ ਵੀ ਆਪਣੀ ਸੰਤਾਨ ਬਣਾਇਆ। ਔਰ ਇਸੇ ਤਰ੍ਹਾਂ ਜਿਸ ਵੇਲੇ ਅਸੀਂ ਪਿਛਲੇ ਚੈਪਟਰਾਂ ਦੇ ਵਿੱਚ ਦੇਖਦੇ ਪਏ ਸੀ ਕਿ ਕਿਸ ਤਰ੍ਹਾਂ ਪੁਰਾਣੇ ਨਿਯਮ ਦੀਆਂ ਦੁਆਵਾਂ ਨਵੇਂ ਨਿਯਮ ਦੇ ਵਿੱਚ ਆ ਕੇ ਪੂਰੀਆਂ ਹੋਈਆਂ। ਮੇਰੇ ਨਾਲ ਹੁਣ ਅਸੀਂ ਦੇਖਾਂਗੇ ਕਿ ਇਹ ਐਡੀ ਵੱਡੀ ਬਰਕਤ ਪਰਾਈਆਂ ਕੌਮਾਂ ਕਿੱਦਾਂ ਲੈ ਗਈਆਂ। ਉਹਨਾਂ ਨੇ ਕਿੱਥੇ ਪ੍ਰਭੂ ਨੂੰ ਮੰਗਿਆ। ਮੇਰੇ ਨਾਲ ਯਹੂਨਾ ਦੇ 12ਵੇਂ ਭਾਗ ਦੇ ਵਿੱਚ ਆ ਜਾਓ। ਪੰਨਾ ਹੈਗਾ 188 ਨਵੇਂ ਨਿਯਮ ਦਾ ਔਰ 12ਵਾਂ ਭਾਵ ਜਿਸ ਨੂੰ ਮਿਲ ਜਾਏ ਅਸੀਂ ਪਹਿਲਾਂ 12 ਤੋਂ 19 ਔਰ ਉੱਥੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਹਫਤਾ ਆ, ਆਖਰੀ ਹਫਤਾ ਆ, ਉਹ ਕਿੱਥੇ ਪਹੁੰਚ ਚੁੱਕਾ। 12ਵਾਂ ਭਾਵ ਉਸ ਦੀ ਪਹਿਲਾਂ ਦੇਖੋ 12 ਤੋਂ 19 ਆਇਆ। मैं पढ़ता हाँ जी मेरी बहन। दूसरे दिन बहुत से लोगों ने जो पूर्व में आए थे यह सुनकर कि यीशु यरूशलेम में आता है, खजूर की डालियां ली और उससे भेंट करने को निकले और पुकारने लगे कि यह होशाना, धन्य इज़राइल का राजा जो प्रभु के नाम से आता है। जब
यीशु को एक गधे का बच्चा मिला तो उस पर बैठा, जैसे लिखा है कि हे सिय्योन की बेटी, मत डर, देख तेरा राजा गधे के बच्चे पर चढ़ा हुआ चला आता है। उसके चेले ये बातें पहले ना समझे थे, परंतु जब यीशु की महिमा प्रकट हुई तो उनको स्मरण आया कि ये बातें उनके विषय में लिखी हुई थी, और लोगों ने उससे इस प्रकार का व्यवहार किया था। तब भीड़ के लोगों ने जो उस समय उसके साथ थे वह गवाही दी कि उसने लाजर को कब्र से बुलाकर मरे हुओं में से जिलाया था। इसी कारण लोग उससे भेंट करने को आए थे, क्योंकि उन्होंने सुना था कि उसने यह आश्चर्यकर्म दिखाया है। तब फरीसियों ने आपस में कहा, सोचो तो सही कि तुम में से कुछ नहीं बन पड़ता। देखो, संसार उसके पीछे हो चला है। ਪਿੱਛੇ ਲੱਗ ਪੜਾ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ ਪ੍ਰਭੂ ਯਿਸੂ ਆ ਰਹੇ ਉਹਨਾਂ ਨੇ ਲਾਜ਼ਰ ਨੂੰ ਜਿੰਦਾ ਕੀਤਾ। ਅਗਰ 9 ਤੋਂ 11 ਆਇਤ ਅਸੀਂ ਦੇਖੀਏ ਤੇ ਉਹਨਾਂ ਨੇ ਲਾਜ਼ਰ ਨੂੰ ਮਾਰਨ ਦੀ ਵਿਉਂਤ ਬਣਾ ਲਈ ਸੀਗੀ, ਔਰ ਪ੍ਰਭੂ ਯਿਸੂ ਮਸੀਹ ਦੇ ਮੌਤ ਤੋਂ ਬਾਅਦ ਥੋੜੇ ਸਮੇਂ ਬਾਅਦ ਉਹਨਾਂ ਨੇ ਲਾਜ਼ਰ ਨੂੰ ਮਾਰ ਵੀ ਦਿੱਤਾ ਸੀ। ਲੇਕਿਨ ਇਹ ਇੱਕ ਐਸਾ ਸੰਕੇਤਕ ਚਿੰਨ੍ਹ ਸੀ ਜਿਹੜਾ ਕਿ ਪ੍ਰਭੂ ਯਿਸੂ ਮਸੀਹ ਨੇ ਦਿਖਾਇਆ, ਜਿਸ ਦੇ ਵਿੱਚ ਇਹ ਚੀਜ਼ ਪ੍ਰਭੂ ਨੇ ਦਿਖਾਈ ਕਿ ਹੁਣ ਜਿਉਣ ਤੇ ਮਰਨ ਦਾ ਜਿਹੜਾ ਮਾਲਕ ਆ ਉਹ ਮੈਂ, ਮੇਰੇ ਵਿੱਚ ਹੀ ਜ਼ਿੰਦਗੀ ਆ ਤੇ ਮੇਰੇ ਵਿੱਚ ਹੀ ਮੌਤ ਆ, ਔਰ ਮੇਰੇ ਵਿੱਚ ਹੀ ਫਿਰ ਨਵਾਂ ਜੀਵਨ ਆ। ਪ੍ਰਭੂ ਨੇ ਇਹ ਕਰਕੇ ਦਿਖਾਇਆ। ਇਹ ਉਹਨਾਂ ਨੇ ਸੁਣਿਆ ਸੀ ਕਿ ਪ੍ਰਭੂ ਨੇ ਆਖਰੀ ਦਿਨ ਆਵਾਜ਼ ਦੇਣੀ ਆ ਤੇ ਸਾਰੇ ਮੁਰਦੇ ਜਿਹੜੇ ਆ ਉਹ ਬਾਹਰ ਆ ਜਾਣੇ ਆ। ਤੇ ਪ੍ਰਭੂ ਨੇ ਇਹ ਇੱਕ ਸੰਕੇਤਕ ਚਿੰਨ੍ਹ ਦਿਖਾ ਕੇ ਉਹਨਾਂ ਨੂੰ ਇਹ ਚੀਜ਼ ਦਿਖਾਈ ਸੀ, ਔਰ ਦੂਸਰਾ ਸੰਕੇਤਕ ਚਿੰਨ੍ਹ ਉਸ ਲਈ ਦਿਖਾਇਆ ਸੀ ਜਿਸ ਲਈ ਪ੍ਰਭੂ ਯਿਸੂ ਮਸੀਹ ਦੀ ਮੌਤ ਹੋਈ ਸੀ। ਇਸ ਸੰਕੇਤਕ ਚਿੰਨ੍ਹ ਦੇ ਵਿੱਚ ਪ੍ਰਭੂ ਨੇ ਲਾਜ਼ਰ ਨਾਮ ਲੈ ਕੇ ਆਵਾਜ਼ ਉਹਨੂੰ ਮਾਰੀ ਆ। ਅਗਰ ਉਹ ਮੁਰਦਿਆਂ ਨੂੰ ਕਹਿੰਦਾ ਤਾਂ ਸਾਰੇ ਮੁਰਦੇ ਉੱਠ ਖੜੇ ਹੋਣੇ ਸੀ। ਉਸ ਵੇਲੇ ਇਸ ਚੀਜ਼ ਨੂੰ ਦੇਖਣ ਦੇ ਲਈ ਬਹੁਤ ਸਾਰੇ ਲੋਕ ਆ ਰਹੇ ਸੀ। ਬਹੁਤ ਸਾਰੇ ਉਸ ਦੇ ਕਾਰਨ ਪ੍ਰਭੂ ਤੇ ਭਰੋਸਾ ਕਰਦੇ ਪਏ ਸੀ। ਔਰ ਫਿਰ ਪ੍ਰਭੂ ਨੇ ਇੱਕ ਹੋਰ ਜਿਹੜੀ ਮਸੀਹਾ ਦੇ ਲਈ ਜਿਹੜੀ ਭਵਿੱਖਬਾਣੀ ਹੋਈ ਸੀ ਉਸ ਨੂੰ ਪੂਰਾ ਕੀਤਾ ਕਿ ਉਹ ਗਧੀ ਦੇ ਬੱਚੇ ਤੇ ਬੈਠ ਕੇ ਯਰੂਸ਼ਲਮ ਦੇ ਵਿੱਚ ਉਸਨੇ ਪ੍ਰਵੇਸ਼ ਕੀਤਾ। ਔਰ ਲੋਕ ਤਾਂ ਉਸ ਚੀਜ਼ ਨੂੰ ਸੁਣ ਕੇ ਦੇਖ ਕੇ ਆਲਰੇਡੀ ਹੱਕੇ ਬੱਕੇ ਸੀ, ਔਰ ਉਹਨਾਂ ਨੇ ਜਿਹੜਾ ਇੱਥੇ ਪ੍ਰਭੂ ਨੂੰ ਸਵੀਕਾਰ ਕੀਤਾ, ਜਿਹੜਾ ਪ੍ਰਭੂ ਨੂੰ ਇਹ ਰਿਸਪੈਕਟ ਦਿੱਤੀ ਕਿ ਗਧੀ ਦੇ ਬੱਚੇ ਦੇ ਮੂਹਰੇ ਉਹਨਾਂ ਨੇ ਆਪਣੇ ਕੱਪੜੇ ਵਿਛਾਏ ਔਰ ਹੱਥ ਦੇ ਵਿੱਚ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਦਾ ਸਵਾਗਤ ਕੀਤਾ। ਔਰ ਅਗਰ ਅਸੀਂ ਦੂਸਰੇ ਹਿੱਸਿਆਂ ਦੇ ਵਿੱਚ ਦੇਖੀਏ ਤਾਂ ਉੱਥੇ ਇਹ ਕਿਹਾ ਜਾ ਰਿਹਾ ਕਿ ਸਿਯੋਨ ਦੇ ਵਿੱਚ ਰਾਜੇ ਦੀ ਜੈ ਹੋਏ, ਦਾਊਦ ਦੇ ਪੁੱਤਰ ਦੀ ਜੈ ਹੋਏ। ਉਹ ਉਹਨਾਂ ਨੂੰ ਜਿਹੜੇ ਫਰੀਸੀ ਉਹ ਮਨਾ ਕਰਦੇ ਪਏ ਕਿ ਇਸ ਤਰ੍ਹਾਂ ਨਾ ਬੋਲੋ, ਤੇ ਯਿਸੂ ਨੇ ਕਿਹਾ ਸੀ ਜੇ ਇਹ ਚੁੱਪ ਕਰ ਗਏ ਤਾਂ ਪੱਥਰ ਚੀਕ ਉੱਠਣਗੇ। ਕਿਉਂਕਿ ਇਹ ਦੂਸਰਾ ਪੱਖ ਸਾਨੂੰ ਦਿਖਾਉਣਾ ਮੰਗਦਾ ਸੀ ਯਹੋਨਾ, ਲਾਜ਼ਰ ਵਾਲਾ ਪੱਖ ਦਿਖਾਉਣਾ ਮੰਗਦਾ ਸੀ, ਇਸ ਕਰਕੇ ਉਹ ਉਸ ਦੇ ਵਿੱਚ ਵਿਸਥਾਰ ਦੇ ਨਾਲ ਨਹੀਂ ਗਿਆ। ਲੇਕਿਨ ਪ੍ਰਭੂ ਦੇ ਦੂਜੇ ਬੰਦੇ ਗਏ, ਔਰ ਉਹ ਇਸ ਚੀਜ਼ ਨੂੰ ਦੇਖ ਕੇ ਹੋਰ ਲੋਕ ਯਿਸੂ ਦੇ ਲਾਗੇ ਆਉਣਾ ਮੰਗਦੇ ਸੀ, ਯਿਸੂ ਨੂੰ ਦੇਖਣਾ ਮੰਗਦੇ ਸੀ। ਔਰ ਫਰੀਸੀ ਜਿਹੜੇ ਸੀਗੇ ਉਹ ਕਮਲਾ ਉੱਠੇ, ਉਹ ਕਹਿੰਦੇ ਸਾਡੇ ਕੋਲੋਂ ਕੱਖ ਨਹੀਂ ਹੋ ਰਿਹਾ, ਦੇਖੋ ਸਾਰੀ ਦੁਨੀਆ ਉਹਦੇ ਪਿੱਛੇ ਲੱਗ ਤੁਰੀ ਹੈ। ਔਰ ਉਸ ਦੁਨੀਆ ਦੇ ਵਿੱਚ ਕੁਝ ਹੋਰ ਲੋਕ ਵੀ ਸੀਗੇ ਜਿਹੜੇ ਉਸ ਦੇ ਨਾਲ। ਹੁਣ ਕੋਈ ਜਾਣਾ ਇਸ ਦੀ 20 ਆਇਤ ਤੋਂ ਲੈ ਕੇ 26 ਆਇਤ ਤੱਕ ਪੜ੍ਹੇ। ਹਾਂਜੀ। ਜਨਾਨੀਆਂ ਦੀ ਬੇਨਤੀ। ਜਿਹੜੇ ਲੋਕੀ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ, ਉਹਨਾਂ ਵਿੱਚ ਕੁਝ ਜਨਾਨੀ ਲੋਕ ਵੀ ਸਨ। ਉਹ ਜਨਾਨੀ ਫਿਲਿਪਸ ਕੋਲ ਆਏ। ਫਿਲਿਪਸ ਗਲੀਲ ਦੇ ਨਗਰ ਬੈਤਸਦਾ ਦਾ ਰਹਿਣ ਵਾਲਾ ਸੀ। ਉਹਨਾਂ ਜਨਾਨੀਆਂ ਨੇ ਫਿਲਿਪਸ ਅੱਗੇ ਬੇਨਤੀ ਕੀਤੀ, ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਫਿਲਿਪਸ ਨੇ ਅੰਦਰਿਆਸ ਕੋਲ ਜਾ ਕੇ ਇਹ ਦੱਸਿਆ। ਫਿਰ ਉਹਨਾਂ ਦੋਹਾਂ ਨੇ ਯਿਸੂ ਨੂੰ ਇਹ ਦੱਸਿਆ। ਯਿਸੂ ਨੇ ਉਹਨਾਂ ਦੋਹਾਂ ਨੂੰ ਉੱਤਰ ਦਿੱਤਾ, ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਹਾਂ,
ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ ਤਾਂ ਇਹ ਬਹੁਤ ਫਲਦਾ ਹੈ। ਜੋ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ ਉਹ ਉਸ ਨੂੰ ਨਾਸ਼ ਕਰਦਾ ਹੈ, ਪਰ ਉਹ ਜੋ ਆਪਣੇ ਪ੍ਰਾਣ ਨੂੰ ਇਸ ਸੰਸਾਰ ਵਿੱਚ ਨਫ਼ਰਤ ਕਰਦਾ ਹੈ ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ। ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ ਮੇਰੇ ਪਿੱਛੇ ਚੱਲੋ, ਤਾਂ ਜੋ ਮੈਂ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਵੀ ਹੋਵੇ। ਜੋ ਮੇਰੀ ਸੇਵਾ ਕਰਦਾ ਹੈ ਮੇਰਾ ਪਿਤਾ ਉਸ ਦਾ ਆਦਰ ਕਰੇਗਾ। ਕਿੰਨੀ ਪਿਆਰੀਆਂ ਪਿਆਰੀਆਂ ਇਹ ਆਇਤਾਂ। ਯੂਨਾਨੀ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ ਔਰ ਪ੍ਰਭੂ ਨੂੰ ਲੈਣ ਆਏ। ਉਹਨਾਂ ਨੇ ਆਲਰੇਡੀ ਜਿਹੜੇ ਬਹੁਤ ਸਾਰੇ ਲੋਕੀ ਪ੍ਰਭੂ ਯਿਸੂ ਨੇ ਇੱਕ ਜਿਹੜਾ ਰੋਮ ਦਾ ਜਿਹੜਾ ਉਹਨਾਂ ਦਾ ਜਿਹੜਾ ਚੀਫ ਸੀਗਾ, ਉਹਦਾ ਬੇਟਾ ਮਰਦਾ ਜਾ ਰਿਹਾ ਸੀ, ਉਹਦਾ ਨੌਕਰ ਬਿਮਾਰ ਸੀ, ਔਰ ਉਹ ਪ੍ਰਭੂ ਕੋਲ ਆਇਆ ਕਿ ਤੂੰ ਮੇਰੇ ਨਾਲ ਆ, ਮੇਰੇ ਘਰ ਆ, ਮੇਰੇ ਉਸ ਨੌਕਰ ਮੇਰਾ ਮਰਦਾ ਪਿਆ, ਉਹ ਤੇ ਕੁਛ ਰਹਿਮ ਕਰ। ਪ੍ਰਭੂ ਨੇ ਉਸ ਨੂੰ ਕਿਹਾ ਕਿ ਜਾ ਤੇਰਾ ਨੌਕਰ ਠੀਕ ਆ, ਔਰ ਉਹ ਗਿਆ ਔਰ ਉਹ ਠੀਕ ਸੀ। ਇੱਕ ਅਸੀਂ ਪੜ੍ਹਦੇ ਉਹਦਾ ਬੇਟਾ ਬਿਮਾਰ ਸੀ, ਦੂਜੀ ਥਾਂ ਕੋਈ ਹੋਰ ਆ, ਉਹ ਵੀ ਕਪਤਾਨ ਆ, ਉਹਦਾ ਬੇਟਾ ਬਿਮਾਰ ਆ, ਤੇ ਉਹ ਪ੍ਰਭੂ ਨੂੰ ਕੋਲ ਆਇਆ। ਉਸਨੇ ਏਦਾਂ ਕਿਹਾ ਕਿ ਤੂੰ ਮੇਰੇ ਘਰ ਤਾਂ ਨਹੀਂ ਆ ਸਕਦਾ, ਕਿਉਂਕਿ ਉਹ ਜਾਣਦਾ ਆ ਕਿ ਅਸੀਂ ਦੂਸਰੀ ਕੌਮ ਦੇ ਲੋਕ ਹਾਂ, ਯਹੂਦੀ ਤਾਂ ਨਹੀਂ ਕਰਦੇ, ਇਹ ਨਬੀ ਆ, ਤੂੰ ਮੇਰੇ ਘਰ ਤਾਂ ਨਹੀਂ ਆ ਸਕਦਾ, ਪਰ ਤੂੰ ਜਿੱਦਾਂ ਕੁਛ ਕਰ ਮੇਰੇ ਪੁੱਤਰ ਦੇ ਲਈ। ਪ੍ਰਭੂ ਨੇ ਕਿਹਾ ਜਾ ਤੇਰਾ ਬੇਟਾ ਠੀਕ। ਉਸਨੇ ਫਿਰ ਪੁੱਛਿਆ, ਉਸਨੇ ਆ ਕੇ ਦੱਸਿਆ ਕਿ ਤੇਰਾ ਬੇਟਾ ਠੀਕ ਹੈ। ਕਹਿੰਦੇ ਕਿੰਨੇ ਵਜੇ ਠੀਕ ਸੀ, ਉਸਦਾ ਸਮਾਂ ਕੀ ਸੀ ਜਿਸ ਲਈ ਉਸਨੇ ਉਹਨਾਂ ਨੂੰ ਦੱਸਿਆ, ਤਾਂ ਉਹੀ ਸਮਾਂ ਸੀ ਜਦੋਂ ਪ੍ਰਭੂ ਨੇ ਕਿਹਾ ਤੇ ਉਹ ਠੀਕ। ਉਹਦੇ ਕਰਕੇ ਇਹਨਾਂ ਲੋਕਾਂ ਦੇ ਵਿੱਚ ਇਹ ਗੱਲ ਬਹੁਤ ਫੈਲ ਗਈ ਸੀ ਯਿਸੂ ਦੀ, ਔਰ ਇਹ ਵੀ ਉਹਨਾਂ ਨੂੰ ਪਤਾ ਸੀਗਾ ਕਿ ਉਹਦੇ ਆਪਣੇ ਲੋਕ ਕਿੱਦਾਂ ਉਹਨੂੰ ਟ੍ਰੀਟ ਕਰਦੇ ਪਏ, ਇਹ ਵੀ ਚੀਜ਼ ਉਹਨਾਂ ਨੂੰ ਪਤਾ ਲੱਗ ਚੁੱਕੀ ਸੀ। ਔਰ ਜਿੱਥੇ ਤੱਕ ਸਾਨੂੰ ਯੂਨਾਨੀ ਜਿਹੜੇ ਰਾਈਟਰਸ ਆ ਉਹਨਾਂ ਤੋਂ ਪਤਾ ਲੱਗਦਾ ਕਿ ਇਹ ਯਿਸੂ ਨੂੰ ਲੈਣ ਆਏ ਸੀ, ਪਰ ਯਿਸੂ ਨੇ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਉਹ ਇਹ ਕਹਿੰਦੇ ਪਏ ਆ, ਪਰ ਉਹ ਲੈਣ ਆਇਓ। ਔਰ ਫਿਲਿਪਸ ਨੂੰ ਉਹਨਾਂ ਨੇ ਬੜੀ ਨਮਰਤਾ ਦੇ ਨਾਲ, ਕਿਉਂਕਿ ਉਹਨਾਂ ਦੇ ਲਈ ਇਹ ਮੰਨਣਾ ਕੋਈ ਔਖਾ ਨਹੀਂ ਸੀ ਕਿ ਪਰਮੇਸ਼ਰ ਦਾ ਪੁੱਤਰ ਧਰਤੀ ਤੇ ਆਇਆ ਹੈ, ਔਰ ਇਹ ਜਿਹੜੇ ਆਲੇ ਦੁਆਲੇ ਲੋਕ ਆ ਇਹ ਉਹਦੇ ਪ੍ਰੀਸਟ ਆ, ਜਿੱਦਾਂ ਦੇ ਉਹਨਾਂ ਦੇ ਵਿਚਾਰਿਆਂ ਦੇ ਆਪਣੇ ਵਿਸ਼ਵਾਸ ਸੀ। ਇਸ ਕਰਕੇ ਉਹਨਾਂ ਨੇ ਬੜੇ ਆਦਰ ਦੇ ਨਾਲ ਫਿਲਿਪਸ ਨੂੰ ਕਿਹਾ ਕਿ ਅਸੀਂ ਉਸ ਨੂੰ ਫਿਲਿਪਸ ਦੇ ਅੱਗੇ ਬੇਨਤੀ ਉਹਨਾਂ ਨੇ ਕੀਤੀ ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ, ਔਰ ਉੱਥੋਂ ਜਿਹੜੀ ਸੀ ਕਿ ਥੋੜੀ ਦੇਰ ਸਾਡੇ ਕੋਲ ਆ ਜਾਓ, ਸਾਡੇ ਨਾਲ ਰਹੋ, ਤੇ ਫਿਰ ਸਾਡੇ ਨਾਲ ਹੀ ਤੁਸੀਂ ਰਹੋ। ਇਹ ਪਲਾਨ ਸੀ ਉਹਨਾਂ ਦਾ। ਤਾਂ ਯਿਸੂ ਨੇ ਉੱਥੇ ਇੱਕ ਬੜੀ ਪਿਆਰੀ ਚੀਜ਼ ਦੱਸੀ ਕਿ ਜਦ ਤੱਕ ਦਾਣਾ ਜ਼ਮੀਨ ਦੇ ਵਿੱਚ ਡਿੱਗਦਾ ਨਹੀਂ ਔਰ ਉਹ ਆਪ ਮਰਦਾ ਤੇ ਫਿਰ ਉਸ ਤੋਂ ਕੁਛ ਉਗਦਾ ਤੇ ਫਿਰ ਉਹ ਫਲ ਲੈ ਕੇ ਆਉਂਦਾ। ਔਰ ਇਸ ਤਰ੍ਹਾਂ ਉਸਨੇ ਕਿਹਾ ਕਿ ਜਿਹੜਾ ਆਪਣੇ ਪ੍ਰਾਣ ਨੂੰ ਪਿਆਰ ਕਰਦਾ, ਇਹ ਚੀਜ਼ ਹੈ ਕਿ ਉਹ ਲੈਣ ਆਇਆ। ਯਿਸੂ ਨੂੰ ਪਤਾ ਕਿ ਮੇਰੀ ਮੌਤ ਦੇ ਦਿਨ ਲਾਗੇ ਆ ਰਹੇ ਆ। ਯਿਸੂ ਨੇ ਇਸ ਕਰਕੇ ਕਿਹਾ ਕਿ ਜਿਹੜਾ ਆਪਣੇ ਪ੍ਰਾਣ ਨੂੰ ਪਿਆਰ ਕਰਦਾ ਹੈ ਉਹ ਉਸ ਨੂੰ ਨਾਸ਼ ਕਰਦਾ ਹੈ, ਪਰ ਜੋ ਆਪਣੇ ਪ੍ਰਾਣ ਨੂੰ ਇਸ ਸੰਸਾਰ ਦੇ ਵਿੱਚ ਨਫ਼ਰਤ ਕਰਦਾ ਹੈ ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ। ਜੋ ਕੋਈ ਅੱਗੇ ਆਏ, ਇੱਕ ਮੇਨ ਵਰਸ ਹੈ, ਜੋ ਕੋਈ ਮੇਰੀ ਸੇਵਾ ਕਰਨੀ ਚਾਹੁੰਦਾ ਹੈ, ਯਾਨੀ ਕਿ ਯਿਸੂ ਦੀ, ਜੋ ਕੋਈ ਮੇਰੀ ਸੇਵਾ ਕਰਨੀ ਚਾਹੁੰਦਾ ਹੈ ਉਹ ਮੇਰੇ ਪਿੱਛੇ ਚੱਲੇ, ਤਾਂ ਜੋ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਹੋਵੇ, ਮੇਰਾ ਸੇਵਾਦਾਰ ਵੀ ਉੱਥੇ ਹੋਵੇ। ਜੋ ਮੇਰੀ ਸੇਵਾ ਕਰਦਾ ਹੈ ਮੇਰਾ ਪਿਤਾ ਉਸ ਦਾ ਆਦਰ ਕਰਦਾ ਹੈ। Isn't that amazing? ਔਰ ਫਿਰ ਅਸੀਂ ਅਗਲੇ ਹਿੱਸੇ ਦੇ ਵਿੱਚ ਦੇਖਦੇ ਹਾਂ ਕਿ
ਪ੍ਰਭੂ ਯਿਸੂ ਨੇ ਇਸ ਚੀਜ਼ ਨੂੰ ਹੋਰ ਕਾਂ ਕਿੱਦਾਂ ਖੋਲਿਆ। 27 ਤੋਂ ਲੈ ਕੇ ਅਸੀਂ 36 ਤੱਕ ਦੇਖਾਂਗੇ। ਜਿਸ ਨੂੰ ਮਿਲ ਜਾਏ। ਹਾਂਜੀ ਮੈਂ ਪੜ੍ਹ ਦਿੰਦੀ ਹਾਂ। ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਰਾਂ? हे ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾ, ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ। ਪਿਤਾ, ਆਪਣੇ ਨਾਂ ਦੀ ਵਡਿਆਈ ਕਰ। ਇਸ ਉੱਤੇ ਇੱਕ ਆਵਾਜ਼ ਆਕਾਸ਼ ਤੋਂ ਆਈ। ਮੈਂ ਉਸ ਦੀ ਵਡਿਆਈ ਕੀਤੀ ਹੈ ਅਤੇ ਇੱਕ ਵਾਰੀ ਫੇਰ ਕਰਾਂਗਾ। ਜੋ ਭੀੜ ਉੱਥੇ ਖੜੀ ਸੀ ਉਸਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਬੋਲੇ ਬੱਦਲ ਗਰਜਿਆ ਹੈ, ਪਰ ਕੁਝ ਹੋਰ ਬੋਲੇ ਨਹੀਂ, ਉਸ ਨਾਲ ਸਵਰਗਦੂਤ ਬੋਲਿਆ ਹੈ। ਯਿਸੂ ਨੇ ਉੱਤਰ ਦਿੱਤਾ, ਇਹ ਆਵਾਜ਼ ਮੇਰੇ ਲਈ ਨਹੀਂ ਸੀ, ਸਗੋਂ ਤੁਹਾਡੇ ਲਈ ਸੀ। ਹੁਣ ਇਸ ਜੱਗ ਦੇ ਨਿਆਂ ਦਾ ਸਮਾਂ ਆ ਰਿਹਾ ਹੈ। ਇਸ ਜੱਗ ਦਾ ਸਰਦਾਰ ਕੱਢਿਆ ਜਾ ਰਿਹਾ ਹੈ। ਜੇਕਰ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਇਹ ਕਹਿਣ ਦੇ ਰਾਹੀਂ ਉਹਨਾਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ। ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, ਅਸੀਂ ਵਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤੱਕ ਜਿਉਂਦਾ ਰਹੇਗਾ। ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚਾਨਣ ਥੋੜੇ ਚਿਰ ਲਈ ਤੁਹਾਡੇ ਵਿੱਚ ਹੈ। ਜਦੋਂ ਤੱਕ ਚਾਨਣ ਹੈ ਚੱਲਦੇ ਚਲੋ, ਤਾਂ ਜੋ ਹਨੇਰਾ ਤੁਹਾਨੂੰ ਘੇਰੇ ਵਿੱਚ ਨਾ ਲੈ ਲਵੇ। ਜੋ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ। ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੀ ਸੰਤਾਨ ਬਣੋ। ਜਿਸ ਲਈ ਅਸੀਂ ਵਚਨ ਦਾ ਹਿੱਸਾ ਪੜ੍ਹਦੇ ਹਾਂ, ਦੋ ਚੀਜ਼ਾਂ ਇੱਥੇ ਬੜੀਆਂ ਕਲੀਅਰ ਹੋ ਕੇ ਆਉਂਦੀਆਂ। ਪਹਿਲੀ ਚੀਜ਼ ਇਹ ਹੈ ਕਿ ਜਿਸ ਵੇਲੇ ਪ੍ਰਭੂ ਯਿਸੂ ਨੇ ਉਹਨਾਂ ਦੇ ਨਾਲ ਨਹੀਂ ਜਾਣਾ ਚਾਹਿਆ ਔਰ ਜਿਸ ਕੰਮ ਦੇ ਲਈ ਉਹ ਆਏ ਸੀ ਉਹਦੇ ਵੱਲ ਉਹਨਾਂ ਨੇ ਆਪਣੀ ਨਜ਼ਰ ਲਾ ਕੇ ਰੱਖੀ ਹੋਈ, ਉਹ ਉਸ ਤੋਂ ਨਾ ਖੱਬੇ ਹੋਏ ਜਾਂ ਨਾ ਸੱਜੇ ਹੋਏ। ਉਹਨਾਂ ਦੀ ਬੇਨਤੀ ਅਸਵੀਕਾਰ ਨਹੀਂ ਹੋਈ। ਉਹਨਾਂ ਦੀ ਬੇਨਤੀ ਪ੍ਰਭੂ ਨੇ ਕਿੱਥੇ ਕਿਹਾ? ਅਗੰਮੀ ਵਾਕ ਕੀਤਾ। ਕਿਸ ਤਰ੍ਹਾਂ ਕਿ ਉਹਨਾਂ ਦੀ ਬੇਨਤੀ ਦਾ ਇੱਥੇ ਅਗੰਮੀ ਵਾਕ। ਸੋ ਜਿਸ ਵੇਲੇ ਪ੍ਰਭੂ ਯਿਸੂ ਨੇ ਆਪਣਾ ਧਿਆਨ ਉੱਥੇ ਰੱਖਿਆ ਤੇ ਉਸਨੇ ਕਿਹਾ ਕਿ ਪਿਆਰੇ ਬਾਪ, ਇਸ ਦੇ ਵਿੱਚ ਤੂੰ ਆਪਣੇ ਆਪ ਨੂੰ ਮਹਿਮਾ ਦੇ। ਜੋ ਮੈਂ ਕਰਨ ਜਾ ਰਿਹਾ ਇਸ ਦੇ ਵਿੱਚੋਂ ਤੈਨੂੰ ਮਹਿਮਾ ਮਿਲੇ। ਔਰ ਪ੍ਰਭੂ ਉੱਥੋਂ ਆਵਾਜ਼ ਜਿਹੜੀ ਆਈ ਆ, ਉਹ ਇਹ ਆਵਾਜ਼ ਆਈ ਆ ਕਿ ਮੈਂ ਉਸ ਦੀ ਵਡਿਆਈ ਕੀਤੀ ਹੈ ਔਰ ਇੱਕ ਵਾਰੀ ਫੇਰ ਕਰਾਂਗਾ। ਔਰ ਲੋਕਾਂ ਨੂੰ ਆਵਾਜ਼ ਦੇ ਵਿੱਚ ਨਹੀਂ ਇਹ ਦਿਖਾਈ ਦਿੰਦਾ ਪਿਆ, ਸਿਰਫ ਇਹ ਚੀਜ਼ ਹੈ ਕਿ ਕੁਛ ਬੋਲੇ, ਇਹ ਤਾਂ ਬੱਦਲ ਗਰਜਿਆ, ਪਰ ਦੂਜੇ ਕਹਿੰਦੇ ਸਵਰਗਦੂਤ ਇਹਦੇ ਨਾਲ ਬੋਲਿਆ। ਔਰ ਯਿਸੂ ਮਸੀਹ ਨੇ ਜਿਹੜੀ ਇੱਥੇ ਮੇਨ ਚੀਜ਼ ਪ੍ਰਭੂ ਨੇ ਕਹੀ ਆ, ਉਹ ਇਹ ਆ, ਜੇਕਰ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ। ਤੁਸੀਂ ਨਾ ਇੱਥੇ ਆ ਕੇ ਉਹਨਾਂ ਯੂਨਾਨੀ ਲੋਕਾਂ ਦੇ ਲਈ ਪ੍ਰਭੂ ਨੇ ਇਹ ਅਗੰਮੀ ਵਾਕ ਜਿਹੜਾ ਕੀਤਾ, ਜਿਸ ਲਈ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ, ਯਾਨੀ ਕਿ ਉਹ ਸਵਰਗ ਔਰ ਧਰਤੀ ਦੇ ਕੱਬੇ ਜਿਹੜੀ ਬਲੀ ਦਿੱਤੀ ਜਾਏਗੀ, ਜਿਹੜੀ ਕੁਰਬਾਨੀ ਦਿੱਤੀ ਜਾਏਗੀ, ਤਾਂ ਫਿਰ ਮੈਂ ਸਾਰਿਆਂ ਨੂੰ ਖਿੱਚ ਲਵਾਂਗਾ। ਪਰ ਇੱਥੇ ਇੱਕ ਚੀਜ਼ ਹੋਰ ਦੇਖਿਓ, ਲੋਕ ਇੱਕ ਸਟੈਪ ਅੱਗੇ ਵੱਧ ਚੁੱਕੇ ਆ। ਪਹਿਲਾਂ ਤਾਂ ਇਹ ਦੇਖਦੇ ਸੀਗੇ ਕਿ ਇੱਕ ਭਲਾ ਬੰਦਾ ਆਇਆ, ਉਹਦੇ ਰਾਹੀਂ ਪ੍ਰਭੂ ਵੱਡੇ ਵੱਡੇ ਕੰਮ ਕਰ। ਫਿਰ ਜਿਸ ਲਈ ਲਾਜ਼ਰ ਨੂੰ ਪ੍ਰਭੂ ਨੇ ਉਹਨਾਂ ਨੂੰ ਦਿਖਾਤਾ ਕਿ ਜਿਉਣ ਤੇ ਮਰਨ ਮੈਂ ਹਾਂ ਔਰ ਮੇਰੇ ਵਿੱਚ ਹੀ ਸਭ ਕੁਝ। ਤਾਂ ਹੁਣ ਉਹ ਅੱਗੇ ਇੱਕ ਸਟੈਪ ਵੱਧ ਗਏ ਆ। ਔਰ ਇੱਥੇ ਜਿਹੜਾ ਅਗਲਾ ਸਟੈਪ ਉਹ ਵਧੇ ਆ, ਉਹਨਾਂ ਨੇ ਇਹ ਕਿਹਾ ਕਿ ਇਹ ਕਹਿਣ ਦੇ ਰਾਹੀਂ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਦੀ ਮੌਤ ਮਰਨਗੇ। ਪਰ ਭੀੜ ਨੇ ਉੱਤਰ ਦਿੱਤਾ, ਅਸੀਂ ਵਿਵਸਥਾ ਦੇ ਵਿੱਚ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤੱਕ ਜਿਉਂਦਾ ਰਹੇਗਾ। ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ? ਸੋ ਤੂੰ ਤਾਂ ਮਸੀਹ ਆ, ਤੂੰ ਤਾਂ ਅਨੰਤ ਕਾਲ ਤੱਕ ਜਿਉਂਦਾ ਰਹੇਗਾ। ਤੁਸੀਂ ਨਾ ਲੋਕਾਂ ਦੀਆਂ ਅੱਖਾਂ ਦੇ ਮੂਹਰੇ ਪਰਦੇ ਹਟਣੇ ਸ਼ੁਰੂ ਹੋ ਗਏ। ਪਰ ਇੱਥੇ ਯੂਨਾਨੀ ਲੋਕਾਂ ਦੀ ਉਹ ਬੇਨਤੀ ਜਿਹੜੀ ਉਹ ਲੈ ਕੇ ਆਏ ਆ,
ਉਹ ਸਾਰੀਆਂ ਪਰਾਈਆਂ ਕੌਮਾਂ ਦੀ ਬੇਨਤੀ ਕੀਤੀ। ਸਾਰੀਆਂ ਜਿੰਨੀਆਂ ਵੀ ਕੌਮਾਂ, ਉਹਨਾਂ ਦੀ ਬੇਨਤੀ ਗਿਣੀ ਗਈ। ਔਰ ਇਸ ਕਰਕੇ ਜਿਸ ਵੇਲੇ ਅਸੀਂ ਇੱਥੇ ਪੜ੍ਹਦੇ ਹਾਂ ਤੀਸਰੇ ਭਾਗ ਦੇ ਵਿੱਚ ਕਿ ਪ੍ਰਭੂ ਨੇ ਕੀ ਕੀਤਾ, ਸਾਨੂੰ ਉਸਨੇ ਅੰਗੀਕਰਨ ਬਾਰੇ ਅਸੀਂ ਪੜ੍ਹਦੇ ਪਏ, ਸਾਨੂੰ ਆਪਣਾ ਉਸਨੇ ਅੰਗ ਬਣਾਇਆ। ਇਸ ਕਰਕੇ ਤੀਸਰੇ ਭਾਗ ਦੇ ਵਿੱਚ ਇਹ ਅਸੀਂ ਕਲੀਅਰ ਕਰ ਚੁੱਕੇ ਕਿ ਪੱਤਰ ਪੌਲੁਸ ਕਿਉਂ ਕਹਿ ਰਿਹਾ ਕਿ ਮੈਨੂੰ ਪਰਾਈਆਂ ਕੌਮਾਂ ਦੇ ਲਈ ਕਿਉਂ ਚੁਣਿਆ, ਪੌਲੁਸ ਕਿਉਂ ਕਹਿ ਰਿਹਾ ਕਿ ਮੈਂ ਦੁੱਖ ਸਹਿ ਰਹੀ ਹਾਂ, ਉਹ ਅਸੀਂ ਕਲੀਅਰ ਕਰ ਲਿਆ। ਸੋ ਅਸੀਂ ਇਹ ਦੇਖਦੇ ਪਏ ਹਾਂ, ਕਹਿੰਦਾ ਮੈਂ ਪੌਲੁਸ ਤੁਸਾਂ ਪਰਾਈਆਂ ਕੌਮਾਂ ਦੇ ਲਈ ਮਸੀਹ ਯਿਸੂ ਦਾ ਕੈਦੀ ਹਾਂ। ਇਸੇ ਲਈ ਮੈਂ ਪਰਮੇਸ਼ਰ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਹ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਹੀ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਦੇ ਲਈ ਸੌਂਪੀ ਹੈ। ਪਰਮੇਸ਼ਰ ਨੇ ਆਪਣਾ ਗੁਪਤ ਭੇਦ ਮੇਰੇ ਤੇ ਪ੍ਰਗਟ ਕੀਤਾ ਹੈ ਅਤੇ ਇਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਲਿਖ ਚੁੱਕਾ ਹਾਂ। ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਮਸੀਹ ਦੇ ਭੇਦ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ। ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਤੇ ਇਹ ਭੇਦ ਪ੍ਰਗਟ ਨਹੀਂ ਕੀਤਾ ਗਿਆ ਸੀ, ਪਰ ਪਰਮੇਸ਼ਰ ਨੇ ਆਪਣੀ ਆਤਮਾ ਦੇ ਦੁਆਰਾ ਇਸ ਯੁੱਗ ਦੇ ਵਿੱਚ ਇਹ ਭੇਦ ਆਪਣੇ ਪਵਿੱਤਰ ਸੰਦੇਸ਼ਵਾਹਕਾਂ ਅਤੇ ਨਬੀਆਂ ਦੇ ਉੱਤੇ ਪ੍ਰਗਟ ਕੀਤਾ ਹੈ। ਇਹ ਭੇਦ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਯਹੂਦੀ ਲੋਕਾਂ ਦੇ ਨਾਲ ਪਰਮੇਸ਼ਰ ਦੀ ਪ੍ਰਤਿੱਗਿਆ ਕੀਤੀ ਅਸੀਸ ਦੇ ਭਾਗੀ ਹਨ ਅਤੇ ਉਹਨਾਂ ਦੇ ਨਾਲ ਇੱਕ ਹੀ ਸਰੀਰ ਦੇ ਅੰਗ, ਇੱਕ ਹੀ ਸਰੀਰ ਦੇ ਅੰਗ ਹਨ। ਪ੍ਰਭੂ ਨੇ ਉਹਨਾਂ ਦੇ ਨਾਲ ਅੰਗੀਕਰਨ ਕੀਤਾ, ਪ੍ਰਭੂ ਨੇ ਉਹਨਾਂ ਨੂੰ ਆਪਣੇ ਸਰੀਰ ਦੇ ਵਿੱਚ ਸ਼ਾਮਲ ਕਰ ਲਿਆ। ਅਸੀਂ ਪ੍ਰਭੂ ਦੇ ਸਰੀਰ ਦੇ ਹਿੱਸੇ ਹਾਂ। ਸਾਨੂੰ ਬਚਨ ਇਸ ਦੇ ਬਾਰੇ ਖੋਲ ਕੇ ਦੱਸਦਾ ਪਿਆ। ਉਸਨੇ ਸਾਨੂੰ ਆਪਣਾ ਅੰਗ ਬਣਾ ਲਿਆ। ਔਰ ਉਹ ਦੋ ਬੇਨਤੀ ਜੋ ਯੂਨਾਨੀ ਲੋਕ ਲੈ ਕੇ ਆਏ ਸੀ ਉਹ ਪੂਰੀ ਹੋ ਗਈ। ਉਹ ਅਗੰਮੀ ਵਾਕ ਜੋ ਪ੍ਰਭੂ ਯਿਸੂ ਮਸੀਹ ਨੇ ਕੀਤਾ ਸੀ ਉਹ ਪੂਰਾ ਹੋ ਗਿਆ। Did you see that? ਜਿਸ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤੇ ਇਹਨਾਂ ਚੀਜ਼ਾਂ ਤੋਂ ਇੱਕ ਬੜੀ ਭਾਰੀ ਉਮੀਦ ਸਾਡੇ ਲਈ ਪੈਦਾ ਹੁੰਦੀ ਹੈ। ਸਾਨੂੰ ਬੜੀ ਭਾਰੀ ਇੱਕ ਇਸ ਦੇ ਵਿੱਚੋਂ ਬਰਕਤ ਮਿਲਦੀ ਹੈ, ਕਿਉਂਕਿ ਅਸੀਂ ਇਹ ਦੇਖਦੇ ਪਏ ਹਾਂ ਕਿ ਅਸੀਂ ਪਰਮੇਸ਼ਰ ਦੇ ਅੰਗ ਹਾਂ। ਅਸੀਂ ਉਸ ਪ੍ਰਤਿੱਗਿਆ ਦੇ ਹਿੱਸੇਦਾਰ ਹਾਂ, ਉਸਦੀ ਰਹਿਮ ਦੇ ਹਿੱਸੇਦਾਰ ਹਾਂ। ਇੱਕ ਛੋਟਾ ਜਿਹਾ ਹਿੱਸਾ ਹੋਰ ਪੜਾਂਗੇ ਮੇਰੇ ਨਾਲ, ਪਹਿਲਾ ਕੁਰਿੰਥਸ ਉਸਦਾ 12ਵਾਂ ਭਾਗ ਪੰਨਾ ਹੈ 309। ਆ ਜੋ ਥੋੜਾ ਜਿਹਾ ਹਿੱਸਾ ਅਸੀਂ ਉੱਥੇ ਦੇਖਾਂਗੇ, ਥੋੜੀਆਂ ਜਿਹੀਆਂ ਆਇਤਾਂ ਇਸ ਦੀਆਂ ਦੇਖਾਂਗੇ ਔਰ ਕਿਸ ਤਰ੍ਹਾਂ ਪ੍ਰਭੂ ਦਾ ਵਚਨ ਇਹ ਬਰਕਤ ਸਾਨੂੰ ਦਿੰਦਾ ਪਿਆ। ਇਸ ਦਾ ਅਸੀਂ 12 ਆਇਤ ਤੋਂ ਲੈ ਕੇ ਇਸ ਦੀ 20 ਆਇਤ ਤੱਕ ਦੇਖਾਂਗੇ। ਮੈਂ ਪੜ੍ਹ ਦਿੰਨੀ ਪਾਸਟਰ ਜੀ। ਹਾਂਜੀ, ਗੁੱਡ। ਆਤਮਿਕ ਦਾਤਾਂ। ਪ੍ਰਭੂ ਮੈਂ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸਾਓ ਤਾਂ ਤੁਸੀਂ ਗੁੰਗੀਆਂ ਮੂਰਤਾਂ ਦੇ ਪਿੱਛੇ ਇੱਧਰ ਉੱਧਰ ਭਟਕਦੇ ਸਾਓ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਕੋਈ ਮਨੁੱਖ ਵੀ ਪਰਮੇਸ਼ਰ ਦੀ ਆਤਮਾ ਤੋਂ ਪ੍ਰੇਰਿਤ ਹੈ, ਉਹ ਇਹ ਨਹੀਂ ਕਹਿ ਸਕਦਾ ਕਿ ਯਿਸੂ ਸਰਾਪੀ ਹੈ ਅਤੇ ਨਾ ਹੀ ਕੋਈ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਣਾ ਤੋਂ ਬਿਨਾਂ ਕਹਿ ਸਕਦਾ ਹੈ ਯਿਸੂ ਪ੍ਰਭੂ ਹੈ। ਆਤਮਿਕ ਦਾਤਾਂ ਤਾਂ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਉਹਨਾਂ ਨੂੰ ਦੇਣ ਵਾਲਾ ਆਤਮਾ ਇੱਕ ਹੀ ਹੈ। ਸੇਵਾਵਾਂ ਤਾਂ ਤਰ੍ਹਾਂ ਦੀਆਂ ਹਨ, ਪਰ ਪ੍ਰਭੂ ਇੱਕ ਹੀ ਹੈ। ਕੰਮ ਤਾਂ ਤਰ੍ਹਾਂ ਦੇ ਹਨ, ਪਰ ਪ੍ਰਭੂ ਇੱਕ ਹੀ ਹੈ। ਸੋ ਸਭਨਾਂ ਵਿੱਚ ਹੋ ਕੇ ਕੰਮ ਕਰਦਾ ਹੈ। ਸਰਬੱਤ ਦੇ ਭਲੇ ਲਈ ਹਰ ਆਦਮੀ ਨੂੰ ਆਤਮਿਕ ਚਾਨਣ ਦਿੱਤਾ ਗਿਆ ਹੈ। ਆਤਮਾ ਕਿਸੇ ਮਨੁੱਖ ਨੂੰ ਬੁੱਧੀ ਨਾਲ ਬੋਲਣ ਦੀ ਦਾਤ, ਕਿਸੇ ਨੂੰ ਗਿਆਨ ਭਰਿਆ ਉਪਦੇਸ਼, ਕਿਸੇ ਨੂੰ ਵਿਸ਼ਵਾਸ, ਕਿਸੇ ਨੂੰ ਚੰਗਾ ਕਰਨ ਦੀ ਸ਼ਕਤੀ, ਕਿਸੇ ਨੂੰ ਵਿਚਿੱਤਰ ਕੰਮ ਕਰਨ ਦੀ ਦਾਤ, ਕਿਸੇ ਨੂੰ ਸੰਦੇਸ਼ ਦੇਣ ਦੀ ਸ਼ਕਤੀ, ਕਿਸੇ ਨੂੰ ਆਤਮਾਵਾਂ ਦੇ ਭੇਤ ਦਾ ਗਿਆਨ, ਕਿਸੇ ਨੂੰ ਵੱਖ-ਵੱਖ ਬੋਲੀਆਂ ਅਤੇ ਕਿਸੇ ਨੂੰ ਇਹਨਾਂ ਬੋਲੀਆਂ ਅਤੇ ਕਿਸੇ
ਨੂੰ ਇਹਨਾਂ ਬੋਲੀਆਂ ਦੇ ਅਨੁਵਾਦ ਕਰਨ ਦੀ ਦਾਤ ਦਿੰਦਾ ਹੈ, ਪਰ ਇਹ ਸਭ ਕੰਮ ਇੱਕੋ ਹੀ ਆਤਮਾ ਦੇ ਹਨ ਜੋ ਆਪਣੀ ਇੱਛਾ ਨਾਲ ਹਰ ਇੱਕ ਨੂੰ ਵੱਖ-ਵੱਖ ਵੰਡਦਾ ਹੈ। ਇੱਥੇ ਤੱਕ ਹੀ ਪੜ੍ਹਨਾ ਪਾਸਟਰ ਜੀ? ਇੱਥੇ ਤੱਕ ਠੀਕ ਆ। ਮੈਂ ਤੁਸੀਂ ਅੱਗੇ ਵੀ ਤੁਸੀਂ ਪੜੋਗੇ। ਹੁਣ ਇੱਥੇ 1 ਮਿੰਟ ਮੈਂ ਤੁਹਾਨੂੰ ਇੱਥੇ ਅਸੀਂ ਇੱਕ ਚੀਜ਼ ਦੇਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਇਹ ਸਾਰੇ ਕੰਮ ਜਿਸ ਲਈ ਧਰਤੀ ਤੇ ਸੀ ਉਹਨਾਂ ਨੇ ਕੀਤੇ, ਲੇਕਿਨ ਕਲੀਸਿਆ ਦੇ ਵਿੱਚ ਉਹਨਾਂ ਨੇ ਸਾਰਿਆ ਜਿਹੜੀ ਕਲੀਸਿਆ ਉਹ ਪ੍ਰਭੂ ਦਾ ਸ਼ਰੀਰ ਔਰ ਸਿਰ ਉਹ ਆਪ। ਸੋ ਉਸਨੇ ਉਹ ਆਤਮਿਕ ਦਾਤਾਂ ਸਾਨੂੰ ਵੰਡ ਕੇ ਸਾਨੂੰ ਸੇਵਾਦਾਰ ਬਣਾਇਆ। ਵੱਖ-ਵੱਖ ਦਾਤਾਂ ਉਸਨੇ ਸਾਨੂੰ ਦਿੱਤੀਆਂ ਔਰ ਜਦ ਅਸੀਂ ਉਹਨਾਂ ਦਾਤਾਂ ਨੂੰ ਲੈ ਕੇ ਅੱਗੇ ਵੱਧਦੇ ਹਾਂ, ਜੋ ਜਿਹੜਾ ਅੰਗ ਸਾਨੂੰ ਬਣਾਇਆ, ਜਦ ਉਹ ਅੰਗ ਕੰਮ ਕਰਦਾ, ਆਪਣਾ ਕੰਮ ਕਰਕੇ ਪ੍ਰਭੂ ਨੂੰ ਬਰਕਤ ਦਿੰਦਾ, ਉਸਦੇ ਪਿੱਛੇ ਚੱਲਦਾ, ਪ੍ਰਭੂ ਕਹਿੰਦਾ ਜਿੱਥੇ ਮੈਂ ਹੋਵਾਂਗਾ ਉੱਥੇ ਮੇਰਾ ਸੇਵਾਦਾਰ ਹੋਏਗਾ ਔਰ ਮੇਰਾ ਬਾਪ ਉਸ ਦਾ ਆਦਰ ਕਰੇਗਾ। ਅਸੀਂ ਉਹ ਸਾਰੇ ਉਸ ਸ਼ਰੀਰ ਦੇ ਅੰਗ ਆ। ਇਹ ਦਾਤਾਂ ਸਾਨੂੰ ਦਿੱਤੀਆਂ ਗਈਆਂ। ਕੋਈ ਦਾਤ ਇੱਕ ਦਾਤ ਦੂਜੀ ਦਾਤ ਤੋਂ ਵੱਡੀ ਨਹੀਂ ਔਰ ਕੋਈ ਕਿਸੇ ਤੋਂ ਛੋਟੀ। ਇਹ ਦਾਤਾਂ ਸਾਨੂੰ ਸੇਵਾਦਾਰ ਬਣਨ ਦੇ ਲਈ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਇਹ ਸਾਨੂੰ ਸਾਰਾ ਅੰਗਾਂ ਦੇ ਵਿੱਚ ਦਿਖਾਇਆ ਗਿਆ, ਜਿਹੜਾ ਸਾਨੂੰ ਉਸਨੇ ਅਸੀਂ ਮਸੀਹ ਦਾ ਸ਼ਰੀਰ ਸਾਰੇ ਰਲ ਕੇ ਮਸੀਹ ਦਾ ਸ਼ਰੀਰ। ਔਰ ਉੱਥੇ ਸਾਨੂੰ ਦੱਸਿਆ ਕਿ ਜਿਸ ਲਈ ਅੰਗੀਕਰਨ ਪ੍ਰਭੂ ਨੇ ਸਾਡੇ ਨਾਲ ਕੀਤਾ, ਜਿਸ ਲਈ ਸਾਨੂੰ ਉਸਨੇ ਆਪਣਾ ਅੰਗ ਬਣਾਇਆ, ਸਾਨੂੰ ਆਪਣਾ ਅੰਗ ਬਣਾਇਆ, ਤਾਂ ਉਸਦੇ ਬਾਰੇ ਹੁਣ ਪ੍ਰਭੂ ਨੇ ਇੱਥੋਂ ਇਸ ਵਚਨ ਦੇ ਵਿੱਚ ਸਾਨੂੰ ਪ੍ਰਭੂ ਦੇ ਵਚਨ ਦੇ ਵਿੱਚ ਹੁਣ ਥੋੜਾ ਜਿਹਾ ਇਸ ਨੂੰ ਅੱਗੇ ਉਸਨੇ ਖੋਲਣਾ। ਸੋ ਆਓ ਇਸ ਨੂੰ 12 ਤੋਂ ਲੈ ਕੇ 20 ਆਇਤ ਤੱਕ ਦੇਖੀਏ। ਹਾਂਜੀ। ਸਰੀਰ ਇੱਕ ਪਰ ਅੰਗ ਬਹੁਤ। ਮਸੀਹ ਇੱਕ ਸਰੀਰ ਦੀ ਤਰ੍ਹਾਂ ਹੈ ਜਿਸ ਤੇ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਇਹ ਬਹੁਤ ਸਾਰੇ ਵੱਖ-ਵੱਖ ਅੰਗਾਂ ਦੇ ਹੋਣ ਤੇ ਵੀ ਸਰੀਰ ਇੱਕ ਹੀ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਹੋਈਏ ਜਾਂ ਦੂਜੀਆਂ ਕੌਮਾਂ ਦੇ ਜਾਂ ਗੁਲਾਮ ਜਾਂ ਆਜ਼ਾਦ, ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ ਅਤੇ ਸਾਨੂੰ ਸਭ ਨੂੰ ਇੱਕ ਆਤਮਾ ਪੀਣ ਦੇ ਲਈ ਦਿੱਤਾ ਗਿਆ ਹੈ। ਮਨੁੱਖੀ ਸਰੀਰ ਵਿੱਚ ਇੱਕ ਹੀ ਅੰਗ ਨਹੀਂ ਹੈ, ਸਗੋਂ ਬਹੁਤ ਹਨ। ਜੇਕਰ ਪੈਰ ਕਹੇ ਮੈਂ ਹੱਥ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ, ਤਾਂ ਕਿ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ। ਜੇਕਰ ਕੰਨ ਕਹੇ ਮੈਂ ਅੱਖ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ, ਤਾਂ ਕਿ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ। ਥੋੜੇ ਚਿਰ ਲਈ ਮੰਨ ਹੀ ਲਵੋ ਕਿ ਜੇਕਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਿਆ ਕਿਸ ਤਰ੍ਹਾਂ ਜਾਂਦਾ। ਇਸੇ ਤਰ੍ਹਾਂ ਜੇਕਰ ਸਾਰਾ ਸਰੀਰ ਕੰਨ ਹੀ ਹੁੰਦਾ ਤਾਂ ਸੁੰਘਿਆ ਕਿਸ ਤਰ੍ਹਾਂ ਜਾਂਦਾ। ਜਿਸ ਤਰ੍ਹਾਂ ਦਿਖਾਈ ਦਿੰਦਾ ਹੈ, ਪਰਮੇਸ਼ਰ ਨੇ ਠੀਕ ਹਰ ਇੱਕ ਅੰਗ ਨੂੰ ਆਪਣੀ ਇੱਛਾ ਨਾਲ ਸਰੀਰ ਦੇ ਵਿੱਚ ਰੱਖਿਆ ਹੈ। ਪਰ ਜੇਕਰ ਸਾਰੇ ਅੰਗ ਇੱਕ ਅੰਗ ਹੀ ਹੁੰਦੇ ਤਾਂ ਫਿਰ ਸਰੀਰ ਕਿੱਥੇ ਹੁੰਦਾ। ਪਰ ਹੁਣ ਸਾਡੇ ਸਾਹਮਣੇ ਹੈ ਕਿ ਅੰਗ ਤਾਂ ਬਹੁਤ ਹਨ, ਪਰ ਸਰੀਰ ਇੱਕ ਹੀ ਹੈ। ਇੱਕ ਹੈ ਪਰ ਸਰੀਰ ਇੱਕ ਹੈ। ਸਾਨੂੰ ਸਭ ਨੂੰ ਪ੍ਰਭੂ ਨੇ ਸੇਵਾ ਦਿੱਤੀ ਹੈ। ਸਾਨੂੰ ਸਭ ਨੂੰ ਪ੍ਰਭੂ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਜੋ ਉਸ ਦੀ ਚਾਹਤ, ਜੋ ਪਵਿੱਤਰ ਆਤਮਾ ਦੀ ਚਾਹਤ ਹੈ, ਉਸ ਦੇ ਹਿਸਾਬ ਦੇ ਨਾਲ ਉਸਨੇ ਸਾਨੂੰ ਸਾਡਾ ਗਿਫਟ ਦਿੱਤਾ ਔਰ ਸਾਨੂੰ ਸਾਡਾ ਕੰਮ ਦਿੱਤਾ। ਗਿਫਟ ਨਹੀਂ ਦਿੱਤਾ, ਕੰਮ ਦਿੱਤੇ ਆ, ਕੰਮ ਦਿੱਤੇ। ਪਰ ਜਦ ਅਸੀਂ ਉਹ ਕੰਮ ਕਰਦੇ ਹਾਂ ਤਾਂ ਪ੍ਰਭੂ ਨੂੰ ਬਰਕਤ ਮਿਲਦੀ ਹੈ, ਫਿਰ ਅਸੀਂ ਫਲਦਾਰ ਹੁੰਦੇ ਔਰ ਉਸ ਫਲ ਦੇ ਵਿੱਚ ਪ੍ਰਭੂ ਦੀ ਮਹਿਮਾ ਹੁੰਦੀ ਹੈ ਔਰ ਉਸ ਮਹਿਮਾ ਦੇ ਵਿੱਚ ਸਾਡਾ ਆਦਰ ਛੁਪਿਆ ਹੈ। ਇਹ ਪ੍ਰਭੂ ਦਾ ਵਚਨ ਸਾਨੂੰ ਇੱਥੇ ਦੱਸਦਾ। ਆਓ ਮੇਰੇ ਨਾਲ ਅਸੀਂ ਹੁਣ ਥੋੜਾ ਅੱਗੇ ਵਧਦੇ ਹਾਂ, ਕਿਉਂਕਿ ਅੱਗੇ ਇਸ ਤੋਂ ਅੱਗੇ ਜਿੱਦਾਂ 7ਵੀਂ ਆਇਤ ਤੋਂ ਲੈ ਕੇ 13 ਆਇਤ ਤੱਕ ਬੇਸਿਕਲੀ ਪੌਲ ਆਪਣੇ ਬਾਰੇ ਦੱਸਦਾ ਪਿਆ, ਲੇਕਿਨ ਆਓ ਅਸੀਂ 14 ਆਇਤ ਤੋਂ ਲੈ ਕੇ ਤੀਸਰਾ ਭਾਗ ਉਸ ਦੀ 21 ਆਇਤ ਤੱਕ ਦੇਖੀਏ। ਹਾਂਜੀ, ਪਰਮੇਸ਼ਵਰ ਨੇ ਆਪਣੀ ਕਿਰਪਾ ਦੇ ਮੁਫਤ ਦਾਨ ਅਤੇ ਆਪਣੀ ਹਰ ਸਮੇਂ ਕੰਮ ਕਰ ਰਹੀ ਸ਼ਕਤੀ ਦੇ ਦੁਆਰਾ ਮੈਨੂੰ ਸ਼ੁਭ ਸਮਾਚਾਰ ਦਾ ਸੇਵਾਦਾਰ ਬਣਾਇਆ ਹੈ। ਅਸੀਂ ਤੀਸਰੇ ਭਾਗ ਦੇ ਵਿੱਚ ਆ ਗਏ ਹਾਂ, ਅਫਸੀਆਂ ਦੇ 352 ਪਨ। ਇਹੀ ਕਾਰਨ ਹੈ ਮੈਂ ਪਿਤਾ ਦੇ ਸਾਹਮਣੇ
ਓਕੇ, ਗੋਡਿਆਂ 14 ਪੜ੍ਹਨਾ ਸੀ, ਸੌਰੀ। ਹਾਂਜੀ ਮਸੀਹ ਦਾ ਪਿਆਰ। ਇਹੀ ਕਾਰਨ ਹੈ ਕਿ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡਿਆਂ ਭਰਨੇ ਹੋ ਕੇ ਪ੍ਰਾਰਥਨਾ ਕਰਦਾ ਹਾਂ, ਕਿਉਂਕਿ ਉਸ ਤੋਂ ਆਕਾਸ਼ ਅਤੇ ਧਰਤੀ ਦਾ ਹਰ ਟੱਬਰ ਆਪਣਾ ਨਾਮ ਪ੍ਰਾਪਤ ਕਰਦਾ ਹੈ। ਮੇਰੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸ਼ਕਤੀ ਦੇਵੇ ਕਿ ਤੁਸੀਂ ਆਪਣੇ ਅੰਦਰ ਬਲ ਪ੍ਰਾਪਤ ਕਰੋ। ਫਿਰ ਇਹ ਵੀ ਕਿ ਮਸੀਹ ਤੁਹਾਡੇ ਅੰਦਰ ਵਿਸ਼ਵਾਸ ਦੇ ਦੁਆਰਾ ਵਾਸ ਕਰੇ। ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਤੇ ਨੀਹਾਂ ਪੱਕੀਆਂ ਹੋਣ, ਤਾਂ ਜੋ ਤੁਹਾਡੇ ਵਿੱਚ ਇੰਨਾ ਬਲ ਹੋਵੇ ਕਿ ਤੁਸੀਂ ਪਰਮੇਸ਼ਵਰ ਦੇ ਦੂਜੇ ਲੋਕਾਂ ਨਾਲ ਮਿਲ ਕੇ ਉਸਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਜਾਣ ਸਕੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ, ਤੇ ਪਰਮੇਸ਼ਵਰ ਦੀ ਪੂਰਨਤਾ ਨਾਲ ਪੂਰੀ ਤਰ੍ਹਾਂ ਨਾਲ ਭਰ ਜਾਵੋ। ਹੁਣ ਉਸੇ ਦੀ ਜੋ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਅਧਿਕ ਆਪਣੀ ਉਸੇ ਸ਼ਕਤੀ ਨਾਲ ਕਰ ਸਕਦਾ ਹੈ ਜੋ ਸਾਡੇ ਵਿੱਚ ਕੰਮ ਕਰ ਰਹੀ ਹੈ। ਉਸੇ ਪਰਮੇਸ਼ਵਰ ਦੀ ਵਡਿਆਈ ਵਿਸ਼ਵਾਸ ਸੰਗਤ ਦੇ ਵਿੱਚ ਅਤੇ ਮਸੀਹ ਦੇ ਵਿੱਚ ਹਰ ਯੁੱਗ ਵਿੱਚ ਅਨੰਤ ਕਾਲ ਤੱਕ ਹੁੰਦੀ ਰਹੇ। ਆਮੀਨ। ਵਾਟ ਅ ਬਲੇਸਿੰਗ। ਸਿਸਟਰ ਨੀਤੂ, ਤੁਹਾਡਾ ਜਿਹੜਾ ਪੰਜਾਬੀ ਪੜ੍ਹਨ ਦਾ ਜਿਹੜਾ ਤਰੀਕਾ ਹੈ ਬਹੁਤ ਸੋਹਣਾ ਹੈ, ਬਹੁਤ ਸਾਫ਼ ਤੁਸੀਂ ਪੜ੍ਹਦੇ ਹੋ। ਥੈਂਕ ਯੂ ਪਾਸਟਰ ਜੀ, ਥੈਂਕ ਯੂ। ਦੇਖੋ, ਇੱਥੇ ਸਾਨੂੰ ਦੋ ਚੀਜ਼ਾਂ ਸਭ ਤੋਂ ਪਹਿਲਾਂ ਦੱਸੀਆਂ, ਔਰ ਸਾਰੇ ਦਾ ਸਾਰਾ ਜਿਹੜਾ ਫੋਕਸ ਆ ਉਹ ਪ੍ਰਭੂ ਦੇ ਪਿਆਰ ਔਰ ਕਿੱਦਾਂ ਦੇ ਪਿਆਰ ਤੇ ਹੈ। ਅਸੀਂ ਅਗਰ ਇਸ ਨੂੰ ਦੇਖੀਏ ਕਿ 19ਵੀਂ ਆਇਤ ਨੂੰ ਦੇਖੀਏ ਤਾਂ ਕਹਿੰਦਾ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਰ ਦੀ ਪੂਰਨਤਾ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਭਰ ਜਾਓ। ਯਾਨੀ ਕਿ ਜਿਸ ਚੀਜ਼ ਨੂੰ ਅਸੀਂ ਪਿਆਰ ਕਹਿੰਦੇ ਹਾਂ ਤੇ ਜੋ ਪਰਮੇਸ਼ਰ ਦਾ ਪਿਆਰ ਆ ਉਸ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ। ਅਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਆਪਣੀ ਲਸਟ ਨੂੰ ਵੀ ਲਵ ਕਹਿਣਾ ਸ਼ੁਰੂ ਕਰ ਦਿੰਦੇ ਔਰ ਉਸ ਦੇ ਨਾਲ ਜਿਸਲੇ ਉਹ ਚੀਜ਼ਾਂ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਜਾਂ ਕੁਝ ਹੋਰ ਹੋ ਜਾਂਦਾ ਤੇ ਥੋੜੇ ਸਮੇਂ ਬਾਅਦ ਸਾਡਾ ਦਿਲ ਉਹਦੇ ਤੋਂ ਉਕੜ ਜਾਂਦਾ, ਕਿਉਂਕਿ ਉਹ ਪਿਆਰ ਨਹੀਂ ਹੁੰਦਾ, ਉਹ ਸਿਰਫ ਇੱਕ ਚੰਮ ਦੀ ਲਸਟ। ਪਰ ਜਿਹੜਾ ਪਰਮੇਸ਼ਰ ਦਾ ਪਿਆਰ ਆ ਉਹ ਅੰਤ ਕਰਨ ਤੱਕ, ਅੰਤ ਜਿਹੜਾ ਸਾਡਾ ਅੰਤ ਤੱਕ ਆ ਔਰ ਸਾਡੇ ਅੰਤ ਜਿਹੜਾ ਹੈਗਾ ਅੰਤ ਕਰਨ ਸਾਡੇ ਅੰਦਰ ਤੱਕ। ਯਾਨੀ ਕਿ ਸਵਰਗ ਤੋਂ ਦਿਲ ਦੇ ਵਿੱਚ ਉਸਨੇ ਇੱਕ ਲਾਈਨ ਬਣਾਈ ਹੋਈ, ਇੱਕ ਤਾਰ ਬਣਾਈ ਹੋਈ, ਜਿਹੜਾ ਉਹ ਪਿਆਰ ਸਾਨੂੰ ਕਰਦਾ। ਔਰ ਉਸ ਰਹਿਨਮ ਦੀ ਇੱਥੇ ਉਹ ਸਾਰੀ ਗੱਲ ਕਰ ਰਿਹਾ ਔਰ ਇਹੋ ਚੀਜ਼ ਪ੍ਰਭੂ ਦਾ ਬੰਦਾ ਸਾਨੂੰ ਇੱਥੇ ਸਮਝਾ ਰਿਹਾ। ਕਹਿੰਦਾ ਇਹੀ ਕਾਰਨ ਹੈ ਕਿ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡਿਆਂ ਭਰਨੇ ਹੋ ਕੇ ਪ੍ਰਾਰਥਨਾ ਕਰਦਾ ਹਾਂ, ਕਿਉਂਕਿ ਉਸੇ ਤੋਂ ਆਕਾਸ਼ ਅਤੇ ਧਰਤੀ ਦਾ ਹਰ ਟੱਬਰ ਆਪਣਾ ਨਾਮ ਪ੍ਰਾਪਤ ਕਰਦਾ ਹੈ। ਮੇਰੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਹੈ, ਆਕਾਸ਼ ਦੇ ਵਿੱਚ ਕੌਣ ਕਿਹੜੇ ਟੱਬਰ ਆ ਤੇ ਧਰਤੀ ਤੇ ਕਿਹੜੇ ਟੱਬਰ ਜੋ ਘਰ ਪਹੁੰਚ ਚੁੱਕੇ ਆ, ਅਸੀਂ ਜਿਨ੍ਹਾਂ ਨੇ ਘਰ ਹਾਲੇ ਜਾਣਾ, ਬਸ ਇੰਨਾ ਫਰਕ। ਉਹ ਜੋ ਘਰ ਪਹੁੰਚ ਚੁੱਕੇ ਆ, ਅਸੀਂ ਜਿਨ੍ਹਾਂ ਨੇ ਘਰ ਜਾਣਾ। ਨਾਮ ਪ੍ਰਾਪਤ ਕਰਦਾ ਹੈ। ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੁਆਰਾ ਤੁਹਾਨੂੰ ਸ਼ਕਤੀ ਦੇਵੇ। ਦੇਖੋ, ਆਤਮਾ ਦੇ ਲਈ ਕਿੰਨੀਆਂ ਚੀਜ਼ਾਂ ਕਹੀਆਂ ਗਈਆਂ। ਪਵਿੱਤਰ ਆਤਮਾ ਸਾਡੇ ਮੱਥਿਆਂ ਤੇ ਮੋਹਰ, ਪਵਿੱਤਰ ਆਤਮਾ ਸਾਨੂੰ ਪੀਣ ਦੇ ਲਈ ਦਿੱਤਾ ਗਿਆ, ਪਵਿੱਤਰ ਆਤਮਾ ਤੋਂ ਸਾਨੂੰ ਆਪਣੇ ਗਿਫਟ ਜਿਹੜੇ ਹੈਗੇ ਉਹ ਪ੍ਰਭੂ ਦੇ ਗਿਫਟ ਸਾਨੂੰ ਵੰਡਦਾ ਔਰ ਆਪਣੀ ਮਰਜ਼ੀ ਦੇ ਨਾਲ ਦਿੰਦਾ। ਯਾਨੀ ਕਿ ਜਿਹੜਾ ਰਿਸੋਰਸ ਸਾਨੂੰ ਦਿੱਤਾ ਗਿਆ ਉਹ ਇੱਕੋ ਹੀ ਆ, ਉਹ ਹੈ ਪਵਿੱਤਰ ਆਤਮਾ। ਔਰ ਸਾਰੀਆਂ ਦੀ ਸਾਰੀ ਜਿਹੜੀ ਚੀਜ਼ ਆ ਉਹਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਹੁੰਦੀ ਹੈ।
ਹਰ ਤਾਕਤ ਸਾਨੂੰ ਉਸ ਤੋਂ ਮਿਲਦੀ ਹੈ, ਹਰ ਸਹਾਰਾ ਸਾਨੂੰ ਉਸ ਤੋਂ ਮਿਲਦਾ, ਹਰ ਸ਼ਾਂਤੀ ਸਾਨੂੰ ਉਸ ਤੋਂ ਮਿਲਦੀ ਆ। ਉਹ ਸਾਡਾ ਮਦਦਗਾਰ, ਉਹ ਸਾਡਾ ਟੀਚਰ ਆ। ਉਸ ਵੇਲੇ ਸਾਡੇ ਨਾਲ ਰਹਿੰਦਾ ਜਿਸ ਵੇਲੇ ਅਸੀਂ ਦੁੱਖ ਚ। ਉਹ ਸਾਡੀ ਪ੍ਰਭੂ ਦੀ ਹਜ਼ੂਰੀ ਜੋ ਸਾਡੇ ਅੰਦਰ ਆ, ਕਿਉਂਕਿ ਅੰਦਰ ਨੂੰ ਉਸਨੇ ਮੰਦਿਰ ਬਣਾਇਆ। ਇਸ ਅੰਦਰ ਨੂੰ ਉਸਨੇ ਮੰਦਿਰ ਬਣਾਇਆ। ਮਨੁੱਖ ਸੋਚਦਾ ਸੀ ਕਿ ਮੈਂ ਬੁਰਜ ਬਣਾ ਕੇ ਤੇ ਪ੍ਰਭੂ ਨੂੰ ਉਹਦੇ ਵਿੱਚ ਰੱਖ ਸਕੂੰਗਾ, ਪਰ ਉਸਨੂੰ ਇਹ ਨਹੀਂ ਸੀ ਪਤਾ। ਇਹਦੇ ਲਈ ਤਾਂ ਉਸਨੇ ਆਪਣੇ ਲਈ ਇੱਕ ਮਿੱਟੀ ਦੀ ਲੋਲੋ ਬਣਾਈ ਆ, ਜਿਸ ਚ ਉਸਨੇ ਰਹਿਣਾ। ਮਨੁੱਖ ਸੋਚਦਾ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਇੱਟਾਂ ਪੱਥਰਾਂ ਦੇ ਮੰਦਿਰ ਬਣਾਉਂਗਾ, ਮੋਤੀਆਂ ਨਾਲ ਸਜਾਉਂਗਾ ਤੇ ਉਹ ਚ ਪ੍ਰਭੂ ਰਹੇਗਾ। ਪਰ ਪ੍ਰਭੂ ਨੇ ਟੁੱਟੇ ਭੱਜੇ ਭਾਂਡੇ ਰੱਖਿਓ, ਜਿਸ ਦੇ ਵਿੱਚ ਉਸ ਮਿੱਟੀ ਦੇ ਵਿੱਚ ਉਸਨੇ ਵਾਸ ਕਰਨਾ। Isn't that amazing? ਅਸੀਂ ਉਹਨਾਂ ਧਰਮਾਂ ਦੇ ਵਿੱਚੋਂ ਆਏ ਜਿੱਥੇ ਸਾਨੂੰ ਇਹ ਕਿਹਾ ਜਾਂਦਾ ਮਨੁੱਖ ਤੇ ਪਰਮੇਸ਼ਰ ਦੇ ਵਿੱਚ ਬਸ ਇੱਕ ਜਿਹੜਾ ਹੈਗਾ thus far no further than that। ਉਹ ਮਨੁੱਖ ਦੇ ਨਾਲ ਕੋਈ ਡਾਇਰੈਕਟ ਰਿਸ਼ਤਾ ਨਹੀਂ ਰੱਖਦਾ। ਗੱਬੇ ਆ ਜਿਨ੍ਹਾਂ ਨੂੰ ਉਹ ਭੇਤ ਦਿੰਦਾ, ਔਰ ਉਹ ਬੜੇ ਡੂੰਘੇ ਭੇਤ ਆ। ਉਹ ਸਾਡੇ ਕੰਨਾਂ ਦੇ ਵਿੱਚ ਸਾਨੂੰ ਨਾਮ ਦਿੰਦੇ ਆ, ਔਰ ਫਿਰ ਕਹਿ ਦਿੰਦੇ ਇਹ ਸਾਡੇ ਭਗਤ ਆ, ਇਹ ਜਿੰਨੇ ਵੀ ਹੈਗੇ ਆ ਇਹ ਸਾਡੇ ਭਗਤ ਆ। ਲੇਕਿਨ ਪ੍ਰਭੂ ਨੇ ਸਾਨੂੰ ਇਸ ਦੇ ਲਈ ਚੁਣਿਆ ਸੀ, ਸਾਨੂੰ ਆਪਣੀ ਸੰਤਾਨ ਬਣਾਇਆ ਸੀ। ਔਰ ਭੇਤ ਇੱਕੋ ਹੀ ਸੀ ਕਿ ਉਹ ਯਹੂਦੀਆਂ ਤੇ ਦੂਜੀਆਂ ਕੌਮਾਂ ਦੇ ਵਿੱਚੋਂ ਇੱਕ ਕੌਮ ਪੈਦਾ ਕਰੇਗਾ। ਉਹ ਆਦਮ ਦੀ ਸਾਰੀ ਔਲਾਦ ਨੂੰ ਬਰਕਤ ਦੇਗਾ। ਬਸ ਇਹ ਵੱਡਾ ਭੇਤ ਸੀ। ਦੱਸੋ ਯਹੂਦੀ ਮੰਨਣ ਨੂੰ ਤਿਆਰ ਨਹੀਂ ਸੀ। ਦੂਜੀਆਂ ਕੌਮਾਂ ਬਾਰੇ ਅਸੀਂ ਚੇਲਿਆਂ ਦੇ ਕਿਤਾਬ ਦੇ ਵਿੱਚ ਪੜ੍ਹਦੇ ਹਾਂ, ਵਿਚਾਰੇ ਬਾਹਰ ਖੜੇ ਆ। ਅਗਲੇ ਹਿੱਸਿਆਂ ਦੇ ਵਿੱਚ ਪੜਾਂਗੇ ਉਹਨਾਂ ਨੂੰ। ਪਤਰਸ ਅੰਦਰ ਯਹੂਦੀਆਂ ਨੂੰ ਪ੍ਰਚਾਰ ਕਰਦਾ ਪਿਆ, ਉਹ ਮੰਨਣ ਨੂੰ ਤਿਆਰ ਨਹੀਂ ਗਏ। ਤਾਂ ਉਸਨੇ ਕਿਹਾ, ਉਸਨੇ ਆਪਣੇ ਪੈਰਾਂ ਤੋਂ ਮਿੱਟੀ ਝਾੜੀ, ਕਹਿੰਦਾ ਜਦੋਂ ਕਹਿੰਦਾ ਜੋ ਤੁਸੀਂ ਕਰਨਾ ਕਰੀ ਜਾਓ, ਹੁਣ ਅਸੀਂ ਦੂਜੀਆਂ ਕੌਮਾਂ ਕੋਲ ਜਾਵਾਂਗੇ। ਉਹਨੇ ਬੜੀ ਖੁਸ਼ੀ ਦੇ ਨਾਲ ਪ੍ਰਭੂ ਦੇ ਵਚਨ ਨੂੰ ਸਵੀਕਾਰ ਕੀਤਾ। ਬੜੇ ਖੁਸ਼ ਆ, ਬੜੇ ਖੁਸ਼। और आज कोई देश ऐसा नहीं, कोई रंग ऐसा नहीं, कोई बोली ऐसी नहीं जिथे प्रभु के लोग हैं। और सारे अंग सारे मिलके प्रभु का शरीर और अपने कम्मां दे राही जिहड़े वो करदे पए आ ਉਹਦੇ ਨਾਲ ਪ੍ਰਭੂ ਨੂੰ ਮਹਿਮਾ ਮਿਲਦੀ ਪਈ। ਔਰ ਉਸ ਮਹਿਮਾ ਤੋਂ उस सारी कलीसिया ਨੂੰ दुल्हन का खिताब दिता जाएगा और चिट्टी मलमल पहनन का उसਨੂੰ हक दिता जाएगा। Okay, let's come back। मेरी परमेश्वर अगे प्रार्थना है कि वो अपनी महिमा के भंडार दे विचों अपने आत्मा के द्वारा तुहानू शक्ति देवे कि तुसीं अपने अंदर बल प्राप्त करो। यानी कि बल साडा पवित्र आत्मा। फिर ये भी कि मसीह तुहाडे अंदर विश्वास दे द्वारा वास करे। मेरी प्रार्थना है कि प्यार विच तुहाडीआं जड़ां अते नीआं पक्कीआं होण। जड़ां अते नीआं पक्कीआं होण। साडे किसे नूं नफरत करन दे नाल कुछ नहीं बिगड़दा। साडियां गुस्सियां गिलियां नूं कुछ नहीं होना। पर अगर असीं वो प्यार जिहड़ा मंगे ते मिलदा और पवित्र आत्मा दे राही मिलदा, अगर असीं वो बल और वो प्रभु नूं कहिए कि सानूं पड़ाओ वो प्यार, वो पवित्र आत्मा सानूं पीण नूं दिता गया, पड़ा दे वो प्यार।
बहुत सारिया चीजां पी के नशे करके देख ले, सानू हुण वो नशे ਅਸੀਂ ਪੀ ਕੇ ਤੇਰੇ ਪਿਆਰ ਦੇ ਵਿੱਚ ਉਸ ਪਿਆਰ ਨੂੰ ਜਾਣੀਏ ਹੈ ਕਿ ਆਪਣੀਆਂ ਜੜਾਂ ਔਰ ਆਪਣੀਆਂ ਨੀਆਂ ਪੱਕੀਆਂ ਕਰੋ, ਖੋਖਲਾਪਨ ਕੱਢ ਦਿਓ, ਮੰਗੀ ਜਾਓ ਉਹ ਦਈ ਜਾਏਗਾ, ਮੰਗੋ ਉਹ ਦਈ ਜਾਏਗਾ। ਲਿਖ ਲਓ ਕਿਸ ਕਿਸ ਬੰਦੇ ਦੇ ਨਾਲ ਮੇਰੀ ਕੁੜਤਾ, उसके लिए प्रभु तो प्यार मंगो, होते रहे। याद रखो मेरी अपनी जिंदगी का एक अपनाई हुई चीज है, मेरे हड्डां ते हंडाई हुई चीज, जिहड़ी नफरत असीं रखते हैं ना, वो एक ऐसी जेल जिहदे विच कैदी असीं आप होने, और जद असीं प्रभु तो प्यार मंगते हैं वो जेल टुट जाती है, संगल खोल जाते हैं, वो सानू आजाद सानू आप नूं आजादी मिलती, असीं आप आजाद। दूसरे नूं कोई फर्क पवे चाहे ना पवे, असीं आप हल्के हो जाते, साडियां अपनियां बेड़ियां खुल जांदियां, साडी अपनी वो जेल दा दरवाजा खुल जाता, असीं आप साह लै सकते हैं, पवित्र आत्मा दा साह असीं सानू मिलदा, असीं वो साह लै सकते। That's what it is. ये है माफी की ताकत। माफी की ताकत दूजे बंदे ले नहीं, माफी का दूजे बंदे में कोई फायदा नहीं, क्योंकि वो अपनी जेल च बैठा है। माफी मैनू आजाद कर दे, मैं अपने आप को माफ कराना, वो कह के मैं आप जेल तो बाहर आना, ये मेरा हड्डां ते बताया, ये हड्ड बीती मैं तुम सुना, फ्री हो जाने, आजाद हो, और मसीह सानू आजाद करना है। इस करके वो कहता, इस प्यार की गल इस करके कहता कि प्यार नू मेरी 17वीं आयत असीं दोबारा आने आ, 16वीं च आने, मेरी परमेश्वर अगे प्रार्थना, मैं परमेश्वर अगे प्रार्थना, मेरी परमेश्वर अगे प्रार्थना है कि वो अपनी महिमा दे भंडार दे विचों अपने आत्मा दे द्वारा तुहानू शक्ति दे कि तुसीं अपने अंदर बल प्राप्त करो। सो दैट्स स्टेप 1। स्टेप दूजा फिर ये भी कि तुसीं के मसीह तुहाडे अंदर विश्वास दे द्वारा वास करे। मेरी प्रार्थना है कि प्यार विच तुहाडियां जड़ां अते नीआं पक्कियां, यानी कि वो हुण मंदिर की गल करता पिया कि इस शरीर नूं मंदिर किस तरह बनाया जा सकता, इस टुटे भज्जे मिट्टी दे भांडे दे विच प्रभु किस तरह वास करदा, पर यह भांडा टुटा भज्जा ही रहना है, क्योंकि बरकत इहदे विचों चोनी जिहड़ी दूजिआं नूं मिलनी, और वो बरकत, वो महिमा, वो प्रभु का प्यार, वो प्रभु का रहम उसने भरी जाना, वो चोई जाना, और उहदे नाल दूजिआं नूं बरकत मिलनी। जिथे जिथों दी तुसीं लंघोगे, जिद्दां मींह जिथों जिथों दी लंघदा हरियाली लैके आउंदा, ताजगी लैके आउंदा, हवा दी गंदगी नूं साफ करदा, इसी तरह जिस वेले तुसीं लंघोगे तो वो बरकत चोएगी, और उसदे नाल दूजिआं दी जिंदगी दे विच हरियाली आएगी, दूसरियां दी जिंदगी बरकत पाएगी, और ओही तुहाडा काम, ओही तुहाडे गिफ्ट दा काम, ओही मेरे गिफ्ट दा काम।
ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਬਣਾ ਲਿਆ ਹੈਗਾ। ਇਟਸ ਨਾਟ ਦੈਟ ਹਾਰਡ, ਇਟਸ ਨਾਟ ਦੈਟ ਹਾਰਡ। ਮੰਗੇ ਤੇ ਪਿਆਰ ਮਿਲਦਾ, ਮੰਗੇ ਤੇ ਮਾਫੀ ਦੇਣ ਦੀ ਤਾਕਤ ਮਿਲਦੀ, ਔਰ ਉਹ ਦੇਣ ਨੂੰ ਤਿਆਰ, ਉਹ ਹਰ ਵੇਲੇ ਦੇਣ ਨੂੰ ਤਿਆਰ, ਕਿਉਂਕਿ ਉਸਨੇ ਇਹ ਪਵਿੱਤਰ ਆਤਮਾ ਸਾਡੇ ਅੰਦਰ ਕੁੱਟ ਕੇ ਕਹਿੰਦਾ ਭਰਦਾ ਹੋ। ਲੇਕਿਨ ਜਿੰਨਾ ਬਲ ਮਿਲਦਾ ਫਿਰ ਅਸੀਂ ਆਪਣੀ ਨਫ਼ਰਤ ਦੇ ਅੱਗ ਤੇ ਲਾ ਲੈਂਦੇ। ਤਾਕਤ ਤਾਂ ਉਹੀ ਹੈ। ਇਹ ਸਰੀਰ ਆ, ਇਸ ਸਰੀਰ ਦੇ ਨਾਲ ਮੈਂ ਡਰੱਗ ਵੀ ਵੇਚ ਸਕਦਾ, ਪਰ ਇਸੇ ਸਰੀਰ ਦੇ ਨਾਲ ਮੈਂ ਪ੍ਰਭੂ ਦਾ ਵਚਨ ਵੀ ਸੁਣਾ ਸਕਦਾ। ਸਰੀਰ ਉਹੀ ਆ। ਡਰੱਗ ਵੇਚਣ ਚ ਵੀ ਤਾਕਤ ਲੱਗਣੀ। ਇੱਕ ਪਾਸੇ ਮੈਨੂੰ ਪੁਲਿਸ ਦਾ ਡਰ ਹੋਣਾ, ਦੂਜੇ ਪਾਸੇ ਦੂਸਰੇ ਦਾ ਡਰ ਹੋਣਾ ਕਿ ਇਹਨੇ ਜੇਬ ਚ ਚਾਕੂ ਨਾ ਪਾਇਆ ਹੋਵੇ ਤੇ ਮੇਰੇ ਚਾਕੂ ਮਾਰ ਕੇ ਸਭ ਕੋਈ ਲੈ ਜਾਵੇ। ਪਰ ਪ੍ਰਭੂ ਦਾ ਵਚਨ ਜਿਸ ਲਈ ਮੈਂ ਸੁਣਾਉਣਾ ਪਿਆ, ਉਸ ਵੇਲੇ ਵੀ ਮੈਨੂੰ ਧਿਆਨ ਰੱਖਣਾ ਪੈਂਦਾ ਮੇਰੇ ਮੂੰਹ ਚ ਕੋਈ ਐਸਾ ਸ਼ਬਦ ਨਾ ਨਿਕਲੇ ਜਿਸ ਦੇ ਨਾਲ ਕਿਸੇ ਦਾ ਦਿਲ ਟੁੱਟੇ। ਇਹ ਵੀ ਮਿਹਨਤ ਆ। ਇਸੇ ਤਰ੍ਹਾਂ ਮਿਲੇ ਪ੍ਰਭੂ ਤੋਂ ਮਿਲੇ ਹੋਏ ਬਲ ਦੇ ਨਾਲ ਅਸੀਂ ਉਸ ਨੂੰ ਨਫ਼ਰਤ ਦੇ ਵਿੱਚ ਵੀ ਖਰਚ ਸਕਦੇ, ਉਹ ਖਰਚ ਹੁੰਦਾ, ਖਰਚ ਸਕਦੇ, ਔਰ ਮਾਫੀ ਵਿੱਚ ਵੀ ਖਰਚ ਸਕਦੇ। ਔਰ ਉਸਦੇ ਨਾਲ ਫਾਇਦਾ ਦੂਜੇ ਬੰਦੇ ਨੂੰ ਨਹੀਂ ਹੁੰਦਾ, ਉਹ ਸਾਨੂੰ ਹੁੰਦਾ। ਮੇਰੇ ਅੰਦਰੋਂ ਥੋੜੇ ਦੇ ਵਿੱਚੋਂ ਪਾਕ ਨਿਕਲਦੀ, ਔਰ ਬੜਾ ਦੁੱਖ ਲੱਗਦਾ ਜਿਸ ਲਈ ਉਹ ਪਾਕ ਨਿਕਲਦੀ। ਇੰਨਾ ਸੌਖਾ ਨਹੀਂ, ਲੇਕਿਨ ਜਿਸ ਲਈ ਪ੍ਰਭੂ ਉਸ ਪਾਕ ਦੀ ਜਗ੍ਹਾ ਤੇ ਆਪਣਾ ਰਹਿਮ ਭਰ ਦਿੰਦਾ, ਆਪਣੀ ਦਇਆ ਭਰ ਦਿੰਦਾ, ਆਪਣਾ ਪਿਆਰ ਭਰ ਦਿੰਦਾ। ਤੇ ਪਿਆਰ ਉਹ ਕਿੱਦਾਂ ਦਾ ਭਰਦਾ, ਅੱਗੇ ਦੇਖੋ। ਤਾਂ ਜੋ ਤੁਹਾਡੇ ਵਿੱਚ ਇੰਨਾ ਬਲ ਹੋਵੇ ਕਿ ਤੁਸੀਂ ਦੂਜੇ ਲੋਕਾਂ ਦੇ ਨਾਲ ਮਿਲ ਕੇ ਉਸਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਜਾਣ ਸਕੋ। ਸਾਨੂੰ ਪ੍ਰਭੂ ਦੇ ਪਿਆਰ ਦਾ ਕਦੋਂ ਪਤਾ ਲੱਗਦਾ? ਪ੍ਰਭੂ ਦਾ ਪਿਆਰ ਸਾਡੇ ਨਾਲ ਕਿੰਨਾ ਗਹਿਰਾ, ਕਿੰਨਾ ਉੱਚਾ, ਕਿੰਨਾ ਚੌੜਾ, ਕਿੰਨਾ ਲੰਬਾਈ। ਤੁਸੀਂ that's why ਮੈਂ ਜਿਸ ਲਈ ਦੁਆ ਕਰਦਾ ਹਾਂ ਨਾ, ਸੱਜੇ ਖੱਬੇ, ਅੱਗੇ ਪਿੱਛੇ, ਉੱਪਰ ਥੱਲੇ, ਤਾਂ ਕਰਦਾ ਕੋਈ ਏਦਾਂ ਹੀ ਪ੍ਰਭੂ ਦੀ ਬਰਕਤ ਏਦਾਂ ਹੈ ਸਾਡੇ ਆਲੇ ਕੋਲ ਕਿ ਉਸਦੇ ਪਿਆਰ ਦੀ ਡੂੰਘਾਈ ਸਾਡੇ ਪੈਰਾਂ ਦੇ ਥੱਲੇ, ਉਚਾਈ ਸਾਡੇ ਸਿਰ ਦੇ ਉੱਤੇ, ਉਸ ਦੀ ਚੌੜਾਈ ਸਾਡੇ ਦੋਹਾਂ ਬਾਹਾਂ ਜਿੱਧਰ ਨੂੰ ਜਾਂਦੀਆਂ ਪਈਆਂ, ਉਸ ਦੀ ਲੰਬਾਈ ਉੱਥੋਂ ਲੈ ਕੇ ਉੱਧਰ ਤੱਕ। ਔਰ ਉਹ ਆਤਮਾ ਜਿਹੜਾ ਉਸਨੇ ਅੰਦਰ ਭਰਿਆ ਸੱਤੇ ਪਾਸੇ ਪ੍ਰਭੂ ਦੀ ਬਰਕਤ। ਔਰ ਇਸ ਨੂੰ ਜਾਣਦੇ ਅਸੀਂ ਕਦੋਂ ਆ? ਲੋਕਾਂ ਦੇ ਨਾਲ ਮਿਲ ਕੇ, ਆਪਣੇ ਸਰੀਰ ਦੇ ਨਾਲ ਮਿਲ ਕੇ, ਜੋ ਸਾਡਾ ਸਰੀਰ ਹੈ, ਉਹਨਾਂ ਲੋਕਾਂ ਦੇ ਨਾਲ ਜੋ ਸਰੀਰ ਤੋਂ ਹਾਲੇ ਬਾਹਰ। ਔਰ ਕਦੀ ਵੀ ਪ੍ਰਭੂ ਦੇ ਇਸ ਮੌਕੇ ਨੂੰ ਨਾ ਗੋ। ਸਾਡੀ ਚਰਚ ਦੇ ਵਿੱਚ ਪ੍ਰਭੂ ਨੇ ਬਹੁਤ ਵੱਡੀ ਬਰਕਤ ਦਿੱਤੀ, ਔਰ ਮੈਂ ਬਹੁਤ ਖੁਸ਼ ਹਾਂ ਉਹਦੇ ਲਈ। ਉਹਨਾਂ ਨੇ ਮੈਨੂੰ ਦੁਆ ਕਰਨ ਦੇ ਲਈ ਸੱਦਿਆ, ਮੈਂ ਉਸਨੂੰ ਇੱਕੋ ਚੀਜ਼ ਕਹੀ, ਇਸ ਚੀਜ਼ ਦਾ, ਜਿਹੜੀ ਚੀਜ਼ ਪ੍ਰਭੂ ਨੇ ਦਿੱਤੀ, ਇਸ ਦਾ ਮਾਣ ਨਾ ਕਰੀ, ਨਮਰ ਰਹੇ। ਪ੍ਰਭੂ ਦਾ ਸਮਾਂ ਕਦੀ ਚੋਰੀ ਨਾ ਕਰਿਓ। ਇੰਨੇ ਬਿਜ਼ੀ ਨਾ ਇਹਦੇ ਵਿੱਚ ਹੋ ਜਾਏ ਕਿ ਪ੍ਰਭੂ ਦਾ ਸਮਾਂ ਤੁਸੀਂ ਚੋਰੀ ਕਰੋ, ਕਿਉਂਕਿ ਉਸ ਥੋੜੇ ਜਿਹੇ ਸਮੇਂ ਦੇ ਵਿੱਚ ਪ੍ਰਭੂ ਤੁਹਾਨੂੰ ਬਰਕਤ, ਖੁਸ਼ੀ ਦੇਵੇਗਾ। ਔਰ ਜਿਹੜਾ ਤੁਹਾਨੂੰ ਪ੍ਰਭੂ ਨੇ ਜਗ੍ਹਾ ਦਿੱਤੀ, ਇਸ ਦੇ ਵਿੱਚ ਪ੍ਰਭੂ ਜ਼ਿੰਦਗੀਆਂ ਬਚਾਏਗਾ। That's how God works. That's how God works. ਉਹ ਮਾਣ ਤੇ ਮਹਿਮਾ ਦਿੰਦਾ ਆਪਣੇ ਬੰਦੇ। ਤਾਂ ਜੋ ਤੁਹਾਡੇ ਅੰਦਰ ਇੰਨਾ ਬਲ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਦੂਜੇ ਲੋਕਾਂ ਦੇ ਨਾਲ ਮਿਲ ਕੇ ਉਸਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ, ਡੂੰਘਾਈ ਨੂੰ ਜਾਣ ਸਕੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ। ਅਸੀਂ
ਅਸੀਂ ਮਨੁੱਖੀ ਸਮਝ ਕੋਈ ਬਾਹਰੋਂ ਬੰਦਾ ਉਸ ਨੂੰ ਐਕਸਪਲੇਨ ਨਹੀਂ ਕਰ ਸਕਦਾ। ਉਹ ਹਿੱਤ ਤੇ ਪਿਆਰ ਦੇ ਵਿੱਚ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪਤਾ ਲੱਗਦਾ, ਲਸਟ ਤੇ ਲਵ ਦੇ ਵਿੱਚ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪਤਾ ਲੱਗਦਾ। ਉਹ ਹਰੇਕ ਚੀਜ਼ ਨੂੰ ਲਵ ਕਹੀ ਜਾਂਦੇ ਆ। It's not. It's a gift of God. ਇਹ ਪ੍ਰਭੂ ਦਾ ਇੱਕ ਗਿਫਟ ਆ। ਅਸੀਂ ਉਸ ਦੇ ਬਾਰੇ ਦੇਖਦੇ ਹਾਂ। ਕਹਿੰਦਾ ਪਰ ਹੁਣ ਅੱਗੇ ਦੇਖੋ ਕੀ ਕਿ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਵਰ ਦੀ ਪੂਰਨਤਾ ਦੇ ਨਾਲ ਪੂਰੀ ਤਰ੍ਹਾਂ ਭਰ ਜਾਓ। That's the ultimate. ਔਰ ਇਸ ਤਰ੍ਹਾਂ ਪ੍ਰਭੂ ਸਾਨੂੰ ਆਪਣਾ ਮੰਦਰ ਬਣਾਉਂਦਾ। ਇਸ ਮੰਦਰ ਦੇ ਵਿੱਚੋਂ ਕਚਰਾ ਕੱਢਣ ਦੇ ਲਈ, ਜਿਹੜਾ ਸਾਡੇ ਅੰਦਰ ਕਚਰਾ ਹੈ, ਉਹਨੂੰ ਪ੍ਰਭੂ ਚਾਹੁੰਦਾ ਕਿ ਉਹ ਨਿਕਲੇ। ਲੇਕਿਨ ਉਹ ਜੈਂਟਲ ਆ। ਉਹਨੇ ਏਦਾਂ ਨੇ ਧੱਕਾ ਨਹੀਂ ਉਹ ਕਰਦਾ ਕਿ ਮੈਂ ਕੱਢਦਾ ਨਹੀਂ, ਏਦਾਂ ਨਹੀਂ। ਉਹਨੇ ਦਿਖਾਉਣਾ ਹੈ ਕਚਰਾ। ਉਸ ਤੋਂ ਬਾਅਦ ਜਿੱਦਾਂ ਗਰਭਜ ਦਿਸਦਾ ਘਰ ਦੇ ਵਿੱਚ ਚੱਕ ਕੇ ਫਟਾਫਟ ਉਸ ਨੂੰ ਅਸੀਂ ਗਰਭਜ ਬੈਗ ਦੇ ਵਿੱਚ ਪਾ ਦੇਈਦਾ ਔਰ ਦਿਨ ਉਡੀਕੀ ਦਾ ਕਿ ਕਿੱਦਣ ਲੈਣ ਆਉਣਾ ਉਹਨਾਂ ਨੇ, ਚੱਕ ਕੇ ਬਾਹਰ ਮਾਰੀਦਾ। That's how it works. ਅਸੀਂ ਤੁਰਦੇ ਜਾਂਦੇ ਬਰਕਤ ਪਾਉਂਦੇ ਹਾਂ। ਜਾਂਦੇ ਸਾਡੇ ਲਈ ਸੁੱਕੇ ਜਿਹੜੇ ਖੂਹ ਆ ਉਹ ਚਸ਼ਮਿਆਂ ਦਾ ਰੂਪ ਧਾਰ ਲੈਂਦੇ ਆ। ਤੁਰਦੇ ਜਾਂਦਿਆਂ ਨੂੰ ਇਹ ਬਰਕਤ ਮਿਲਦੀ ਆ। ਤੁਰਦੇ ਜਾਓ ਪ੍ਰਭੂ ਦੇ ਵਿੱਚ। ਹਰ ਉਸ ਚੀਜ਼ ਨੂੰ ਨਫ਼ਰਤ ਕਰੋ ਜੋ ਸਾਡੇ ਅੰਦਰ ਠੀਕ ਨਹੀਂ, ਉਹਨਾਂ ਨਾਲ ਨਫ਼ਰਤ ਕਰੋ। ਉਹਦੇ ਲਈ ਬਲ ਮੰਗੋ, ਦਏਗਾ। ਇਹ ਮੇਰੀ ਗਾਰੰਟੀ ਹੈ। ਇਹ ਗਾਰੰਟੀ ਮੈਂ ਤਾਂ ਦਿੰਦਾ ਕਿ he did that to me. He did that to me. ਪਿਛਲੇ 5 ਸਾਲ ਚ ਪ੍ਰਭੂ ਨੇ ਮੈਨੂੰ ਬਹੁਤ ਸਿਖਾਇਆ। 5 ਸਾਲ ਚ ਉਸਨੇ ਮੇਰੇ ਅੰਦਰ ਬਹੁਤ ਕਚਰਾ ਕੱਢਿਆ ਔਰ ਮੈਂ ਪ੍ਰਭੂ ਦਾ ਬਹੁਤ ਸ਼ੁਕਰ। ਮੈਂ ਆਜ਼ਾਦ I'm at rest. ਮੇਰਾ ਮਨ ਸ਼ਾਂਤ। ਇਹੋ ਹੀ ਕਾਰਨ ਜਿਸ ਲਈ ਉਹ ਦਿਖਾਉਂਦਾ, ਜਿੱਦਾਂ ਅਸੀਂ ਘਰ ਦੇ ਵਿੱਚ ਗਰਭਜ ਦੇਖਦੇ ਹਾਂ ਔਰ ਅਸੀਂ ਕਦੀ ਨਹੀਂ ਕਹਿੰਦੇ ਕਿ ਇਹਨੂੰ ਚੱਕ ਕੇ ਮੈਂ ਸੂਟਕੇਸ ਤੇ ਰੱਖ ਲਾਂ। ਉਹਦੇ ਲਈ ਅਸੀਂ ਖਾਸ ਇੱਕ ਬੈਗ ਲਾਇਆ ਉਹ ਚ ਸੁੱਟ। ਔਰ ਜਿੰਨਾ ਉਹ ਕਚਰਾ ਕੱਢੀ ਜਾਂਦੇ ਓਨਾ ਪ੍ਰਭੂ ਭਰੀ ਜਾਂਦਾ ਆਪਣੇ ਆਪ ਨੂੰ। ਜਿੰਨਾ ਕਚਰਾ ਕੱਢੀ ਜਾਂਦੇ ਓਨਾ ਆਪਣੇ ਪਿਆਰ ਦੇ ਨਾਲ ਭਰੀ ਜਾਂਦਾ। ਜਿੰਨਾ ਬਾਹਰ ਕੱਢੀ ਜਾਂਦੇ ਓਨਾ ਹੀ ਉਹ ਫੇਰ ਆਪਣੀ ਕਿਰਪਾ ਨਾਲ ਭਰੀ ਜਾਂਦਾ। ਜਿੰਨਾ ਕਚਰਾ ਅਸੀਂ ਬਾਹਰ ਕੱਢੀ ਜਾਂਦੇ ਓਨਾ ਹੀ ਆਪਣੀ ਦਇਆ ਦੇ ਨਾਲ ਭਰੀ ਜਾਂਦਾ। That's how it works. ਫਿਰ ਉਸ ਦਿਲ ਦੇ ਵਿੱਚ 2 ਜਾਣੇ ਬੈਠੇ ਹੁੰਦੇ। ਮੈਂ ਬੈਠਾ ਹੁੰਦਾ ਔਰ ਮੇਰਾ ਪ੍ਰਭੂ ਬੈਠਾ ਹੁੰਦਾ। ਪਰ ਜਿਸ ਵੇਲੇ ਮੈਨੂੰ ਮਹਿਸੂਸ ਹੁੰਦਾ ਕਿ you know what, something is wrong, he is not there, I'm lonely, ਤਾਂ ਫਿਰ ਮੈਂ ਪ੍ਰਭੂ ਨੂੰ ਕਹਿਣਾ ਕਿਹੜੀ ਚੀਜ਼ ਹੈ ਪ੍ਰਭੂ, ਕਿਹੜੀ ਚੀਜ਼? show you. ਔਰ ਇਸ ਤਰ੍ਹਾਂ ਪ੍ਰਭੂ ਦਾ ਜਿਹੜਾ ਪਿਆਰ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਭਰਦਾ, ਇਸ ਤਰ੍ਹਾਂ ਸਾਡੀਆਂ ਨੀਹਾਂ ਉਸ ਦੇ ਵਿੱਚ ਪੱਕੀਆਂ ਹੁੰਦੀਆਂ। ਇਸ ਤਰੀਕੇ ਦੇ ਨਾਲ ਸਾਡੀਆਂ ਜੜ੍ਹਾਂ ਪ੍ਰਭੂ ਦੇ ਵਿੱਚ ਡੀਪ ਜੜ੍ਹਾਂ ਸਾਡੀਆਂ ਗਹਿਰਾਈ 'ਚ ਜੜ੍ਹਾਂ ਜਾਂਦੀਆਂ ਔਰ ਇਸ ਤਰ੍ਹਾਂ ਸਾਡਾ ਜਿਹੜਾ ਜ਼ਿੰਦਗੀ ਫਲਦਾਰ ਹੁੰਦੀ। ਮੈਂ ਜਦੋਂ ਮੁੜ ਕੇ ਆਪਣਾ ਪ੍ਰਭੂ ਦਾ ਕੰਮ ਸ਼ੁਰੂ ਕੀਤਾ, ਮੇਰੀ ਕੋਈ ਬੇਨਤੀ ਸੀ, ਫੇਰ ਆਈ ਇਹ ਤੋਂ ਜ਼ਿਆਦਾ ਮੈਂ ਕੋਈ ਨਹੀਂ, ਮੈਂ ਕੋਈ ਚਰਚਾਂ ਦੇ ਪਿੱਛੇ ਨਹੀਂ ਦੌੜਿਆ, ਕੁਛ ਨਹੀਂ। ਪ੍ਰਭੂ ਆਪੇ ਹੀ ਸਭ ਕੁਛ ਇਕੱਠਾ ਕਰਦਾ ਚਲਾ।
ਅੱਜ ਤੁਸੀਂ ਸਾਰੇ ਮੇਰੇ ਨਾਲ ਬੈਠੇ ਹੋ ਔਰ ਅਸੀਂ ਰਲ ਮਿਲ ਕੇ ਪ੍ਰਭੂ ਦੇ ਟੇਬਲ ਤੋਂ ਖਾ ਰਹੇ, ਆਪਣੀ ਆਤਮਾ ਨੂੰ ਭੋਜਨ ਖਿਲਾ ਰਹੇ ਹਾਂ। ਪ੍ਰਭੂ ਦਾ ਉਹ ਜਲ ਜਿਹੜਾ ਸਾਨੂੰ ਅੰਦਰੋਂ ਸਾਫ਼ ਕਰਦਾ, ਜਿਹੜੇ ਉਹ ਪੈਰ ਧੋਂਦਾ ਸਾਡੇ, ਉਸ ਜਲ ਨੂੰ ਪ੍ਰਭੂ ਤੋਂ ਸਵੀਕਾਰ ਕਰ ਰਹੇ ਹਾਂ। That's it. Here I am. I surrender. I give up. It's not me, it's you. And then he starts. फिर वो अपना काम शुरू करता। दूजे लोगों के नाल मिल के असीं उसते प्यार दी लंबाई, चौड़ाई, डूंघाई ते ऊंचाई नूं जान सकीए। और मेरी प्रार्थना है कि तुसीं उसते प्यार नूं जानो जो मनुखी समझ तो परे है ते परमेश्वर की पूर्णता दे नाल पूरी तरह दे नाल भर जाओ। क्या प्यारी बेनेडिक्शन अगेरस ने दुआ सानू दित्ती है। कहंदा हुण उस दी जो साडे मंगण अते सोचण तो अधिक अपनी उस शक्ति दे नाल कर सकदा है जो साडे विच काम कर रही है। उसे परमेश्वर दी वडियाई विश्वास संगत दे विच अते मसीह दे विच हर युग दे विच अनंत काल तक हुंदी रहे। ध्यान सुणो। हुण उस दी जो मंगण अते सोचण तो भी अधिक अपनी उस शक्ति यानी कि पवित्र आत्मा जो उसने सानू दिता और उस शक्ति दे नाल कर सकदा है जो साडे विच काम कर रही है, जो सानू पीण नू दिता गया, जो साडे मत्थे ते मोहर आ, जो साडा संगी आ, जो साडा सहाय आ, जो साडे अंदर रहिंदा, जो साडा टीचर आ, जो साडा मददगार। वो आत्मा प्रभु दा जो सानू दिता गया। वाओ। उस परमेश्वर दी वडियाई विश्वास संगत दे विच यानी कि शरीर दे विच, विश्वास संगत दे विच, मसीह दे विच, हर युग दे विच अनंत काल तक हुंदी रहे। What a beautiful life. See? अगर असीं उस दियां इन्हां चीज़ां नूं असीं अपनी आत्मा नूं इन्ना असीं इस नूं सेंसिटिव बना लईए। देखो साडे सारियां दे स्ट्रगल्स, कोई ऐसा इंसान नहीं जिहदे स्ट्रगल्स नहीं। स्ट्रगल्स के बारे सोची जाण दे नाल कोई फर्क नहीं पैना, कोई फर्क नहीं पैना। It will not go away. क्योंकि साडे प्रभु ने कहता कि इस दुनिया च तुसीं दुख पाओ। अगर असीं उस चीज नूं समझ जाइए प्रभु दी और उस चीज नूं एक पासे रख के अपने इस मंदिर दे दुआले हो जाए और इन्ने सेंसिटिव हुई कि कोई भी चीज जिहड़ी मेरे अंदर इस अबाउट मी, मैं ये जरा करदा तुहाडे लई नहीं मैं करदा, मैं अपने लिए करदा। इस अबाउट मी, ये मेरे दिल लई, क्योंकि इस दे विच मैं सिर्फ दो चाहना, मैं और मेरा प्रभु। और जिसलिए मैं और मेरा प्रभु इत्थे हैं तो दुनिया की कोई भी चीज जिहड़ी है वो मैनूं इन्नी भारी नहीं लगती, कोई दुख इन्ना बड़ा नहीं लगता, कोई सुख इन्ना उहदे च इन्नी मेरी चाहत नहीं हुंदी कि ये बनिया रहे, किसी तरह के नाले बचिया रहे।
और जिहड़ा साडा दिल और साडा जिहड़ा मन वो घर वाल नूं लग जांदा, घर दी महक आउण लग पैंदी जिथे जाना। That is the main thing. I can smell it, but I'm not there. प्रभु दे इस प्यार दे विच बधो, ये मेरी बेनती है। इस दिल दी सफाई दा काम करो, ये मेरी बेनती है। बाकी दियां जिहड़ियां चीज़ां कुछ नहीं करना, जिहड़ियां बाकी दियां दुआवां जे प्रभु ने मूसा दी दुआ पूरी कर दित्ती, जे प्रभु ने ਉਹ ਜਿਹੜੇ ਜੈਂਟਾਈਲ ਵਿਚਾਰੇ ਆਏ ਸੀਗੇ ਜਨਾਨੀ ਲੋਕ, ਉਹਨਾਂ ਦੀ ਦੁਆ ਪੂਰੀ ਕਰ ਦਿੱਤੀ। ਜੇ ਉਹ ਦੁਆਵਾਂ ਨੂੰ ਚੇਤੇ ਰੱਖਦਾ, ਉਹ ਕਿਸੇ ਦੁਆ ਨੂੰ ਭੁੱਲਦਾ ਨਹੀਂਗਾ। लेकिन दुआ करन तो बाद अपना मन उस चीज ते मत ला लो, मन जिहड़ा हैगा कल नूं असीं परसों नूं असीं इमारत दे बारे देखा, मंदिर दे बारे देखा। ये मंदिर जो प्रभु ने साडे अंदर बनाया उसदे बारे देखा। और प्रभु दे वचन दे विचों कमाल दे हिस्से देखांगे जो प्रभु साडे सामने खोलेगा। Let us pray. प्रभु जी तेरा शुक्र करते हैं, तेरी दया तेरी महानता दे लई वो प्रभु जी तू साडे कोल करता। हे प्रभु जी मैं तेरा शुक्र करता। मैनू ओ दिन हाले तक प्रभु जी याद है जब मैं तेरे कोल आया सी, वो पहला प्यार प्रभु जी जो ना बचपन दे दिनां दे विच सी। तेरी आवाज जो सुनाई देती सी प्रभु जी, लेकिन खुदावन हुण मैं बड़ा हो गया, उम्र च बड़ा हो गया। एक बार फिर उस आवाज सुना, एक बार फिर उस पहले प्यार दे वल लै चेता प्रभु जी। मैनू हर घबराहट दे विच मैं किस तरह तेरे कोल हुंदा सी, हर चीज दे विच प्रभु जी मैं किस तरह तेरी नजदीकी दे विच हुंदा सी, और किस तरह एक मां वाली हजूरी तेरे नाल मेरे नाल। एक बार फिर प्रभु जी उस हजूरी दे नाल मामूल कर, और उस हजूरी दे नाल प्रभु जी तू पर प्रभु जी जब मैं बच्चा सी मैं देखता होया भी अन्ना सी, किस तरह प्रभु तू अपनी और नजर दिती कि जिस दे नाल सब कुछ बदल गया, सब उन्हां चीजां तो छुटकारा हो गया। एक बारी प्रभु जी हुण जिसले तेरे बच चलते रहने खुदावन साडे ध्यान इधर उधर जाते, दुनिया दा कट्टा प्रभु जी साडियां अखां दे विच पै जांदा। एक बार फिर प्रभु जी इन्हां अखां नूं छू और वही नजर दे जो एक समय प्रभु जी तू दित्ती। उस बचपन दे विच प्रभु जी स्वर्ग और अपने दिल दे विच प्रभु जी एक डोर सी, एक खुशी सी प्रभु जी, एक बेपरवाही सी, एक आजादी सी। दुनिया दे चलन दे विच प्रभु जी वड्याई बड़ा होंदियां होया खुदावन कई रुकावटां अपने लिए खड़ियां कर लियां, कई कंधां अपने लिए खड़ियां कर लियां, कई जेलां अपने लिए बना लियां, कई हथकड़ियां अपने लिए बना। एक बार फिर तोड़ आजाद कर कि मैं तेरे साथ दे विच साथ ले सकां।
दया करके वो पहला प्यार एक बार फिर प्रभु जी उसके विच वस रहम कर प्रभु जी कि तेरा प्यार जो जिसकी चौड़ाई लंबाई ऊंचाई डूंघाई जो साडा बाला जो साडी बरकत है जो साडी जिंदगी दे विच नवा और सानू नरवा करता प्रभु जी एक बार फिर छो एक बार फिर छो मेरे प्रभु ताकि तेरे विच एक बार फिर प्रभु जी तेरी वो जिंदगी जो दिती सी तुसां वो जो सदा दी जिंदगी सानू दिती है उसका आनंद इस धरती ते मना सके तेरी मुक्ति दी प्रभु जी एक खुशी सी कि यसू दे विच मुक्त कर जावांगे पर धरती दी रस्सियां प्रभु जी बहुत खिंच पाउंदियां बंद लैंदियां एक बार फिर कट जिस तरह तो पहले कटियां ये दुआ मैं अपने आप के लिए और अपने भैन भरावां दे हे प्रभु जी सानू अपने शरीर दे सेहतमंद अंग होने की बरकत दे ਅਸੀਂ ਜਿਹੜੀਆਂ ਚੀਜ਼ਾਂ ਆਪਣੇ ਹੱਥਾਂ ਦੇ ਵਿੱਚ ਕੁੱਟ ਕੇ ਫੜੀਆਂ ਪ੍ਰਭੂ ਜੀ ਉਹਨਾਂ ਨੂੰ ਛੁਡਾ ਹਾਰ ਹੋ ਜੋ ਪ੍ਰਭੂ ਜੀ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮਾਣ ਸਮਝਦੇ ਹਾਂ ਖੁਦਾਵੰਦ ਉਹਨਾਂ ਤੋਂ ਛੁਟਕਾਰਾ ਦੇ ਮਨ ਨੂੰ ਕੋਮਲ ਕਰ ਨਮਰ ਕਰ ये दुआ मैं अपने आप तेरे और अपने भैन भरावां दे प्यारे प्रभु साडे अगे साडे पिछे साडे सज्जे साडे खब्बे साडे अंदर पवित्र आत्मा स्वर्ग तो बाप दी निगाहबानी पैरां दे विच छोटा रास्ता पवित्र आत्मा दी भरपूरी और बेटे दा साथ साडे सब दे नाल बनिया मेरे भैन भरावां दी प्रभु जी तो शरीर की जरूरत मन की जरूरत और आत्मा की जरूरत नहीं जानते खुदावंद तो अपने बच्चों की कृपा कर इन्होंने वो सब कुछ बख्श क्योंकि तू साडी सोच और साडी समझ तो किते अगे अपनी निगाह प्रभु जी इन्हां ते ला सब जरूरतां पूरियां कर मसीह यीशु दे मिठे और प्यारे नाम दे विच मैं मंगदे खुदावंद जब तक असीं दोबारा मिलिए तेरी दया तेरी कृपा तेरी शांति तेरा आराम तेरी बुद्ध साडे साथ दे नाल यीशु दे नाम ते ब्लेस यू प्रभु तुहानू बरकत दे और तुहाडे सारियां दे नाल तुहानू अपनी हजूरी दे नाल मदद करे ट्यूसडे नू मिलांगे कल नू तैयारी दा दिन और ट्यूसडे नू आपां चौथा चैप्टर देखांगे प्रभु दी शांति तुहाडे सब दे नाल अगर तुहानू समा लगे पहला कुरिन्थियन उसका 13वां चैप्टर जरूर पढ़ियो वो तो तुहानू बरकत मिलेगी क्योंकि साडे कोल टाइम है नहीं सी अगे मैं टाइम ज्यादा ले गया पहला कुरिन्थियन उसका 13वां भाग पढ़ियो और तुहानू बिल्कुल नवे तरीके दे नाल अज वो चैप्टर दिखाई देगा ब्लेस यू Bless you too, Pastor G.